ਜੱਜ ਦਾ ਵਿਚਾਰ। ਸਤਿ ਸ਼੍ਰੀ ਅਕਾਲ ਜੀ। ਪ੍ਰਾਈਮ ਏਸ਼ੀਆ ਟੀਵੀ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਜੱਜ ਦਾ ਵਿਚਾਰ ਪ੍ਰੋਗਰਾਮ ਪੇਸ਼ ਕਰਨ ਦਾ ਵੇਲਾ ਹੋ ਗਿਆ ਤੇ ਅਸੀਂ ਹਾਜ਼ਰ ਹੋ ਗਏ ਹਾਂ। मैं हाँ हरमन थिंद, हर रोज की तरह मेरे नाल ने स्वरण सिंह टैना जी। सत श्री अकाल टैना साहब। सत श्री अकाल जी। की हाल चाल? बहुत वधिया, चढ़दी कला। जिंदगी किवें चल रही है? जिंदगी बिल्कुल हर रोज की तरह ठीक है। टैना साहब, सब तो पहला तो तुहानू बहुत बहुत मुबारक, बहुत बहुत ਵਧਾਈਆਂ। ਅੱਜ ਤੁਹਾਡਾ ਜਨਮ ਦਿਨ ਹੈ ਤੇ ਸਾਡੇ ਵੱਲੋਂ ਪ੍ਰਾਈਮ ਏਸ਼ੀਆ ਟੀਵੀ ਦੀ ਪੂਰੀ ਟੀਮ ਵੱਲੋਂ ਤੇ ਸਾਡੇ ਜਿੰਨੇ ਵੀ ਪਰਿਵਾਰਕ ਜੀ ਨੇ ਉਹਨਾਂ ਸਾਰਿਆਂ ਵੱਲੋਂ ਤੁਹਾਨੂੰ ਜਨਮ ਦਿਨ ਦੀਆਂ ਢੇਰ ਸਾਰੀਆਂ ਸਭ ਦਾ ਬਹੁਤ ਬਹੁਤ ਧੰਨਵਾਦ। ਅਸਲ ਦੇ ਵਿੱਚ ਗੱਲ ਇਹ ਹੈ ਵੀ ਬੰਦਾ ਨਾ ਜਦੋਂ ਜਨਮ ਦਿਨ ਹੁੰਦਾ ਉਮਰ ਦੀ ਇੱਕ ਪੌੜੀ ਹੋਰ ਚੜ ਜਾਂਦਾ। ਬੜਾ ਕੁਝ ਪਛਾਣ ਨੂੰ ਝਾਤ ਮਾਰ ਕੇ ਦੇਖਦਾ ਵੀ ਮੈਂ ਕੀ ਪਾਇਆ ਤੇ ਕੀ ਗਵਾਇਆ, ਕੀ ਖੱਟਿਆ, ਕੀ ਮੈਂ ਆਪਦਾ ਪਿੱਛੇ ਛੱਡ ਚੁੱਕਿਆ। ਸੋ ਬਹੁਤ ਕੁਝ ਹੁੰਦਾ ਵਾਪਰਦਾ ਰਹਿੰਦਾ, ਪਰ ਜਿੰਨਾ ਮਾਣ ਸਤਿਕਾਰ ਪਿਆਰ ਪ੍ਰਾਈਮ ਏਸ਼ੀਆ ਟੀਵੀ ਦੀ ਟੀਮ ਦੇ ਵੱਲੋਂ ਤੇ ਪ੍ਰਾਈਮ ਏਸ਼ੀਆ ਦੇ ਦਰਸ਼ਕਾਂ ਦੇ ਵੱਲੋਂ ਸਭਨਾਂ ਨੂੰ ਦਿੱਤਾ ਜਾਂਦਾ, ਮੈਂ ਦਿਲੀ ਤੌਰ ਦੇ ਉੱਤੇ ਰਣੀ ਆ ਤੁਹਾਡਾ ਉਸ ਤੋਂ ਵੀ ਵੱਧ। ਜੀ ਸ਼ੁਕਰੀਆ ਬਹੁਤ ਬਹੁਤ। ਤੇ ਬਾਕੀ ਤੁਹਾਨੂੰ ਤੰਦਰੁਸਤੀ ਮਿਲੇ, ਸਭ ਤੋਂ ਵੱਡੀ ਤਾਂ ਕਹਿੰਦੇ ਨਿਆਮਤ ਤੰਦਰੁਸਤੀ ਹੁੰਦੀ ਹੈ। ਸੋ ਅਸੀਂ ਤਾਂ ਤੰਦਰੁਸਤੀ ਦੀ ਅਰਦਾਸ ਕਰਦੇ ਹਾਂ। ਤੇ ਬਾਕੀ ਟੈਣਾ ਸਾਹਿਬ, ਅੱਜ ਅਸੀਂ ਤੁਹਾਡਾ ਜਨਮ ਦਿਨ ਹੈ ਤੇ ਫਿਰ ਵੀ ਤੁਹਾਡੇ ਤੋਂ ਸਵਾਲ ਤਾਂ ਉਸੇ ਤਰ੍ਹਾਂ ਹੀ ਪੁੱਛਾਂਗੇ। ਮੈਂ ਬਿਲਕੁਲ ਉਸੇ ਰੂਪ 'ਚ ਜਵਾਬ ਦੇਣੇ ਆ। ਜੀ, ਮੌਸਮ ਕਿਵੇਂ ਹੈ ਪਹਿਲਾਂ ਉਹ ਦੱਸ ਦਿਓ। ਮੌਸਮ ਜੀ ਪੰਜਾਬ ਦਾ ਬੜਾ ਠੰਡਾ ਤੇ ਮੈਂ ਤਾਂ ਅੱਜ ਉਹ ਡੱਲ ਝੀਲ ਦੀ ਖਬਰ ਪੜ੍ਹ ਕੇ ਹੈਰਾਨ ਰਹਿ ਗਿਆ। ਨਿਆਣੇ ਕ੍ਰਿਕਟ ਖੇਡੀ ਜਾਂਦੇ ਉੱਥੇ, ਜੰਮ ਗਈ ਆ ਬਿਲਕੁਲ ਹੀ। ਅੱਛਾ ਜੀ। ਕਹਿੰਦੇ ਵੀ -8.4 ਡਿਗਰੀ ਤੱਕ ਹੋ ਗਿਆ ਪਾਰਾ ਜੀ। ਬਿਲਕੁਲ। ਤੇ ਪੰਜਾਬ ਦੇ ਵਿੱਚ ਵੀ ਭਾਈ ਲੋਹੜਿਆਂ ਦੀ ਠੰਡ ਆ ਧੁੱਪ ਜੀ ਕਦੇ ਕਦੇ ਨਿਕਲਦੀ ਹੈ, ਕਦੇ ਕਦੇ ਮੈਨੂੰ ਝੂਠਾ ਪਾ ਜਾਂਦੀ ਆ। ਕੱਲ ਜਿਹੜਾ ਆਪਣਾ ਰੌਲਾ ਪਿਆ ਸੀਗਾ, ਮੈਨੂੰ 2-3 ਦੋਸਤਾਂ ਦੇ ਆਏ ਵੀ ਭਾਈ ਸਾਡੇ ਪਿੰਡ ਵੱਲ ਗੋਲੇਵਾਲਾ ਦੇ ਵੱਲ ਵੀ ਧੁੱਪ ਨਿਕਲੀ। ਇੱਕ ਨੇ ਦੱਸਿਆ ਵੀ ਸਾਡੇ ਪਿੰਡ ਵੱਲ ਵੀ ਨਿਕਲੀ ਤੇ ਕਈਆਂ ਨੇ ਇਹ ਗੱਲ ਕਹੀ ਵੀ ਨਹੀਂ ਸਾਡੇ ਵੱਲ ਤਾਂ ਨਹੀਂ ਨਿਕਲੀ। ਮਤਲਬ ਇਹ ਆ ਵੀ ਬਦਲੀ ਆਉਂਦੀ ਆ, ਕਦੇ ਜਾਂਦੀ ਆ, ਕਦੇ ਧੁੱਪ ਚੜਦੀ ਆ, ਕਦੇ ਛੁਪਦੀ ਆ। ਮਤਲਬ ਬਦਲੀ ਨੇ ਆਪਣਾ ਦੋਵਾਂ ਦਾ ਮਾਣ ਰੱਖ ਲਿਆ ਵੀ ਕਿਤੇ ਕਿਤੇ ਹਟ ਗਈ ਪਾਸੇ, ਕਿਤੇ ਕਿਤੇ ਉਹ ਅੱਗੇ ਆ ਗਈ ਤੇ ਠੰਡ ਵੀ ਰਹੀ ਤੇ ਧੁੱਪ ਵੀ ਰਹੀ। ਪਰ ਅੱਜ ਚਾਹੇ ਧੁੱਪ ਨਿਕਲੀ ਹੋਈ ਹੈ ਪਰ ਬਹੁਤ ਜ਼ਿਆਦਾ ਠੰਡ ਹੈ। ਪੈਰ ਹੱਥ ਜਿਹੜੇ ਨੇ ਉਹ ਸੁੰਨ ਹੋ ਰਹੇ ਨੇ, ਠਰ ਰਹੇ ਨੇ। ਸੋ ਬਚਾਅ ਵਿੱਚ ਬਚਾਅ ਹੈ। ਇਹ ਠੰਡ ਮੈਂ ਪੜ੍ਹ ਰਹੀ ਸੀ ਟੈਣਾ ਸਾਹਿਬ ਕਿ 17 ਸਾਲ ਬਾਅਦ ਇਹ ਹੋਇਆ ਹੈ ਕਿ ਮਾਘੀ ਵਾਲੇ ਦਿਨ ਇੰਨੀ ਠੰਡ ਪਈ ਹੋਵੇ ਪੰਜਾਬ ਦੇ ਵਿੱਚ। ਸੋ ਖੈਰ ਠੰਡ ਵੱਧ ਰਹੀ ਹੈ ਜੀ, ਪਰ ਨਾਲ ਦੀ ਨਾਲ ਮਨ 'ਚ ਵੀ ਵਿਚਾਰ ਆਉਂਦੇ ਆ ਕਿ ਆਹੀ ਕੁਝ ਕੁ ਦਿਨ ਨੇ ਜਦੋਂ ਠੰਡ ਪੈਣੀ ਹੈ, ਮੁੜ ਕੇ ਫੇਰ ਉਹੀ ਪਸੀਨੇ, ਉਹੀ ਧੁੱਪ, ਉਹ ਮੁੜਕਾ, ਉਹੀ ਗਰਮੀ। ਹਾਂ, ਉਹਦੇ ਤੋਂ ਜੀ। ਸੋ ਹੁਣ ਜੇ ਨਹੀਂ ਹੈ ਤਾਂ ਇਹਨਾਂ ਦਿਨਾਂ ਨੂੰ ਮਾਣ ਲਓ। ਤੇ ਹੁਣ ਚੱਜ ਦਾ ਵਿਚਾਰ ਪੇਸ਼ ਕਰੀਏ। ਬਿਲਕੁਲ ਜੀ, ਚੱਜ ਦਾ ਵਿਚਾਰ ਹੈਗਾ ਪੱਥਰ ਦੇ ਨਾਲ ਸੰਬੰਧਿਤ। ਅੱਛਾ ਜੀ। ਕਈ ਲੋਕ ਪੱਥਰ ਦਿਲ ਵਾਲੇ ਵੀ ਹੁੰਦੇ ਆ ਤੇ ਵੈਸੇ ਪੱਥਰ ਤਾਂ ਆਲੇ ਦੁਆਲੇ ਫਿਰਦੇ ਹੀ ਰਹਿੰਦੇ ਆ। ਕਦੇ ਆਪਾਂ ਦੇਖੀਏ ਸੜਕ ਦੇ ਉੱਤੇ ਪੱਥਰ ਪਿਆ, ਕਦੇ ਕਿਤੇ ਵੱਟਾ ਪਿਆ। ਉਹ ਗਾਣਾ ਵੀ ਤਾਂ ਆਇਆ ਸੀ, ਕੋਈ ਪੱਥਰ ਸੇ ਨਾ ਮਾਰੇ ਮੇਰੇ دیਵਾਨੇ ਕੋ। ਨਹੀਂ, ਪੱਥਰ ਕੇ ਸਨਮ ਤੁਝੇ ਹਮਨੇ मोहब्बत का खुदा जाना। बिल्कुल आही जाना। ते दूजी गल ये महत्वपूर्ण भी ना पत्थर दी एक बहुत वड्डी कमी हुंदी है कि ये कदे पिघलदा नहीं। पत्थर दी बहुत वड्डी कमी हुंदी है कि ये कदे पिघलदा नहीं, पर इहदी एक बहुत वड्डी खूबी भी हुंदी है, ये कदे बदलदा नहीं। आहा, क्या बात है। पर नाल दी नाल सियाणे तां ये भी कहंदे ने कि जे पत्थर दे उपर पानी दी बूंद पैंदी रवे तां ओह भी अपने निशान छड्ड जांदी है। बिल्कुल सही है ना। सो पत्थर जिहड़ा है की कह सकदे, वैसे इंसान दी तरह हुंदा है कि इहदे विच कुछ क चंगीਆਂ चीज़ां भी ने ते कुछ क माड़ीਆਂ भी ने, क्योंकि बदलना भी चंगा नहीं हुंदा। पत्थर दिल नहीं होना चाहिए, बाकी तां पत्थरां दी लोड़ पैंदी आपां नूं। बिल्कुल सही है। पत्थर बहुत थावां ते काम भी आउंदे ने, पर पत्थर दिल किते भी काम नहीं। हाँ बिल्कुल जी, राजस्थान वालों लिया के पत्थर बड़े चमकदे जदों लड़ाई हो जांदी है। हाय क्या बात है। ते हुण मेरे वाला चाहिदा विचार पेश करिए। कहंदे भावनावां दे विच बह के किसे दे भी अगे ਆਪਣੀਆਂ ਮਜਬੂਰੀਆਂ ਦੱਸ ਦੇਣੀਆਂ ਸਭ ਤੋਂ ਵੱਡੀ ਮੂਰਖਤਾ ਹੁੰਦੀ ਹੈ। ਬਿਲਕੁਲ ਸਹੀ ਗੱਲ ਆ। ਕਈ ਵਾਰ ਨਾ ਅਸੀਂ ਭਾਵੁਕਤਾ ਵਸ ਕਿਸੇ ਦੇ ਕੋਲੇ ਆਪਦਾ ਸਾਰਾ ਦੁੱਖ ਸੁੱਖ ਫੋਲ ਬੈਨੇ ਆ। ਦੇਖੋ ਬੰਦੇ ਦਾ ਸੁਭਾਅ ਹੁੰਦਾ ਫੋਲਣਾ ਵੀ ਚਾਹੀਦਾ, ਪਰ ਜਿਹਦੇ ਕੋਲੇ ਫੋਲਦੇ ਆ ਨਾ ਇਸ ਗੱਲ ਦਾ ਖਿਆਲ ਰੱਖਿਓ ਵੀ ਉਹਦੇ ਨਾਲ ਕੀ ਆਉਂਦੇ ਸਮੇਂ 'ਚ ਵੀ ਸਾਡੇ ਉਹੋ ਜਿਹੇ ਸੰਬੰਧ ਰਹਿਣਗੇ ਜਿਹੋ ਜਿਹੇ ਅੱਜ ਹੈਗੇ ਆ, ਕਿਉਂਕਿ ਸਮੇਂ ਦਾ ਪਤਾ ਨਹੀਂ ਹੁੰਦਾ। ਜਾਂ ਅਸੀਂ ਉਹਨੂੰ ਭੈੜੇ ਲੱਗਣ ਲੱਗ ਜਗੇ ਜਾਂ ਉਹ ਸਾਨੂੰ ਮਾੜਾ ਲੱਗਣ ਲੱਗ ਜੇ, ਉਸ ਤੋਂ ਬਾਅਦ ਭੰਡੀ ਪ੍ਰਚਾਰ ਨਾ ਹੋਵੇ। ਬੰਦੇ ਦਾ ਸੁਭਾਅ ਇਹੋ ਜਿਹਾ ਹੋਣਾ ਚਾਹੀਦਾ ਵੀ ਜਿਹੜੀ ਗੱਲ ਤੁਹਾਡੇ ਕੋਲੇ ਆ ਗਈ ਨਾ, ਜਦੋਂ ਤੁਸੀਂ ਮਰ ਗਏ ਤੇ ਉਹ ਸਿਵਿਆਂ ਦੇ ਵਿੱਚ ਸੜ ਜੇ, ਗੱਲ ਖਤਮ, ਤੀਜੇ ਬੰਦੇ ਕੋਲੇ ਜਾਵੇ ਹੀ ਨਾ। ਪਰ ਇਦਾਂ ਦੇ ਬੰਦੇ ਮਿਲਦੇ ਘੱਟ ਆ। ਹਰ ਬੰਦੇ ਦਾ ਕੋਈ ਨਾ ਕੋਈ ਇੱਕ ਭਰੋਸੇਯੋਗ ਹੁੰਦਾ, ਉਹ ਉਹਦੇ ਕੋਲੇ ਗੱਲ ਜ਼ਰੂਰ ਕਰਦਾ ਵੀ ਮੈਂ ਤੇਰੇ ਕੋਲੇ ਹੀ ਕਰਨ ਲੱਗਾ, ਉਹਦੀ ਗੱਲ ਆ ਅੱਗੇ ਨਾ ਕਰੀ। ਇਹ ਆਪਾਂ ਦੋਵਾਂ ਦੇ ਵਿੱਚ ਹੀ ਰਹਿ ਜੇ।
ਅੱਗੇ ਉਹਦਾ ਕੋਈ ਮਿੱਤਰ ਹੁੰਦਾ, ਉਹ ਕਹਿ ਦਿੰਦਾ ਜੀ ਆਪਣੇ ਦੋਵਾਂ ਦੇ ਵਿੱਚ ਹੀ ਰਹਿ ਜੇ, ਕਿਸੇ ਕੋਲੇ ਗੱਲ ਨਾ ਕਰੀ, ਬਸ ਤੈਨੂੰ ਹੀ ਪਤਾ। ਐਂ ਕਰਦੇ ਕਰਦੇ ਅਸੀਂ ਚਾਰੇ ਪਾਸੇ ਡੌਂਡੀ ਪਿੱਟ ਦਿੰਨੇ ਆ ਤੇ ਉਸ ਬੰਦੇ ਦੀ ਬਦਨਾਮੀ ਹੋ ਜਾਂਦੀ ਜਿਹਨੇ ਆਪਣਾ ਦੁੱਖ ਸੁੱਖ ਫੋਲਿਆ ਹੁੰਦਾ। ਜੀ ਵੈਸੇ ਵੀ ਅੱਜ ਕੱਲ ਤਾਂ ਲੋਕ ਜਿਹੜੇ ਨੇ ਉਹ ਚਾਹੁੰਦੇ ਨੇ ਕਿ ਤੁਸੀਂ ਉਹਨਾਂ ਨੂੰ ਆਪਣੀ ਦੁੱਖ ਦੀ ਰਗ, ਆਪਣੀਆਂ ਗਲਤੀਆਂ, ਆਪਣੀਆਂ ਮਜਬੂਰੀਆਂ, ਆਪਣੇ ਬਾਰੇ ਚ ਸਾਰਾ ਕੁਝ ਦੱਸੋ, ਤਾਂ ਜੋ ਜਦੋਂ ਕਿਤੇ ਉਹ ਮੌਕਾ ਜਿਹੜਾ ਉਹਨਾਂ ਨੂੰ ਚਾਹੀਦਾ ਹੈ ਉਹ ਮਿਲੇ ਤਾਂ ਫਿਰ ਉਹ ਇਹਨਾਂ ਗੱਲਾਂ ਦਾ ਫਾਇਦਾ ਚੁੱਕ ਸਕਣ। ਫਿਰ ਬੰਦੇ ਮੰਨਦੇ ਨਹੀਂ। ਜੇ ਤੁਸੀਂ ਕਹੋ ਨਾ ਕਿਸੇ ਨੂੰ ਕਿ ਯਾਰ ਤੂੰ ਮੇਰੀ ਆਹ ਗੱਲ ਕਿਉਂ ਕੀਤੀ ਫਲਾਣੀ ਥਾਂ ਤੇ, ਉਹ ਪੈਰਾਂ ਤੇ ਪਾਣੀ ਨਹੀਂ ਪੈਣ ਦਿੰਦਾ। ਮੈਂ ਤਾਂ ਨਹੀਂ ਕੀਤੀ, ਮੈਂ ਨਾ ਸਿਖਰਲੀ ਸਹੁੰ ਪਾਉਂਦਾ ਸਭ ਤੋਂ ਪਹਿਲਾਂ। ਆਪਾਂ ਨੂੰ ਮਹਾਰਾਜ ਦੀ ਸਹੁੰ ਜੇ ਕਿਤੇ ਐ ਕਿਹਾ ਹੋਵੇ, ਜਾਨ ਦੇਣੀ ਬੰਦੇ ਹੀ ਨਹੀਂ ਇਹੋ ਜਿਹੇ, ਆਪਾਂ ਮਹਾਰਾਜ ਨੂੰ ਜਾਣ ਦੇਣੀ ਆ। ਕੀ ਪਤਾ ਬੰਦੇ ਦਾ ਮਿੰਟ ਦਾ ਭਰੋਸਾ ਨਹੀਂ, ਹੋਰ ਹੀ ਗੱਲਾਂ ਕਰਨ ਲੱਗ ਜਾਣਗੇ ਜਿਵੇਂ ਨਾ ਇਹ ਅਸੀਂ ਪ੍ਰਵਚਨ ਸੁਣਨ ਵਾਸਤੇ ਲਿਆਂਦਾ ਹੁੰਦਾ ਇਹਨੂੰ। ਪਰ ਆਪਾਂ ਨੂੰ ਇਹਦਾ ਚਾਹੀਦਾ ਨਹੀਂ। ਇਹੋ ਜਿਹੀ ਕੋਈ ਗੱਲਬਾਤ ਛੱਡ ਗਈ ਨਾ, ਨਿਸ਼ਾਨ ਛੱਡ ਗਈ ਨਾ ਆਪਾਂ, ਪਰ ਟਲਦੇ ਵੀ ਨਹੀਂ ਟਲ ਸਕਦੇ। ਹਰਮਨ ਜੀ ਮੈਂ ਤਾਂ ਨਾ ਬੜਾ ਹੀ ਤੰਗ ਹੋਇਆ ਪਿਆ। ਜਦੋਂ ਵੀ ਕਿਸੇ ਨੂੰ ਫੋਨ ਕਰਦੇ ਨਾ ਇੱਕੋ ਜਿਹਨੂੰ ਕਾਲਰ ਟਿਊਨ ਕਹਿੰਦੇ ਆ। ਆਏ ਹਾਏ सत श्री अकाल। सत श्री अकाल, मैं अमिताभ बच्चन और जब तक दवाई नहीं तब तक ढिलाई नहीं, आप लगातार हाथ धोते रहिए, कोरोना की वैक्सीन आएगी। अमिताभ बच्चन ਤਾਂ ਮੇਰੇ ਕੰਨਾਂ 'ਚ ਗੂੰਜਣ ਲੱਗ ਪਿਆ। ਤੁਹਾਨੂੰ ਪਤਾ ਨਹੀਂ ਹਾਈ ਕੋਰਟ ਦੇ ਵਿੱਚ ਇਹਦੇ ਖਿਲਾਫ ਇੱਕ ਪਟੀਸ਼ਨ ਵੀ ਪਾਈ ਸੀ ਕਿਸੇ ਨੇ ਵੀ ਅਸੀਂ ਤੰਗ ਆ ਚੁੱਕੇ ਆ, ਇਹਨੂੰ ਬੰਦ ਕਰੋ ਬੰਦ ਕਰੋ ਬੰਦ ਕਰੋ, ਤੇ ਹੁਣ ਕਹਿੰਦੇ ਨੇ ਵੀ ਆਵਾਜ਼ ਬਦਲ ਕੇ ਕਿਸੇ ਬੀਬੀ ਦੀ ਲਾਉਣ ਲੱਗੇ ਆ। ਤੇ ਫੇਰ ਕੀ ਹੋ ਗਿਆ? ਹੁਣ ਕਰੋਨਾ ਵੈਕਸੀਨ ਬਾਰੇ ਦੱਸਣ ਲਈ ਲਾਉਣ ਲੱਗਿਆ ਕਾਲਰ ਟਿਊਨ। ਪਰ ਮੈਨੂੰ ਸਮਝ ਨਹੀਂ ਆਈ ਟਾਣਾ ਸਾਹਿਬ, ਇਸ ਕਰੋਨਾ ਨੇ ਪੂਰੀ ਦੁਨੀਆ ਦੇ ਵਿੱਚ ਕਹਿਰ ਮਚਾਇਆ, ਪਰ ਭਾਰਤ ਦੇ ਵਿੱਚ ਜਿਹੋ ਜਿਹੀਆਂ ਚੀਜ਼ਾਂ ਹੋਈਆਂ ਨਾ ਉਹ ਹੈਰਾਨ ਕਰਨ ਵਾਲੀਆਂ ਸੀ। ਮੰਨ ਲਓ ਕਿਸੇ ਨੇ ਜ਼ਰੂਰੀ, ਕਿਸੇ ਨੂੰ ਕੋਈ ਐਮਰਜੈਂਸੀ ਹੈ, ਕੋਈ ਕਿਤੇ ਫਸ ਗਿਆ, ਕਿਸੇ ਨੂੰ ਇੱਕਦਮ ਲੋੜ ਪੈ ਗਈ, ਉਹਨੇ ਫੋਨ ਕਰਨਾ ਹੈ, ਤਾਂ 32-33 ਸੈਕਿੰਡ ਤੱਕ ਇਹ ਬੀਬੀ ਬੋਲਦੀ ਆ ਮੋਰੇ, ਲਗਾਤਾਰ ਬੋਲਦੀ ਆ ਜੀ ਵੀ ਆਹ ਕਰ ਲਓ, ਆਹ ਕਰ ਲਓ, ਆਹ ਕਰ ਲਓ, ਆਹ ਕਰ ਲਓ, ਵੀ ਜਿਨ੍ਹਾਂ ਨੇ ਨਹੀਂ ਮੰਨਣਾ ਉਹਨਾਂ ਨੇ ਨਹੀਂ ਮੰਨਣਾ। ਮੈਨੂੰ ਤਾਂ ਇਉਂ ਲੱਗਦਾ ਵੀ ਜਿਸ ਤਰੀਕੇ ਨਾਲ ਥੋੜੀ ਥੋੜੀ ਦਵਾਈ ਹਰ ਸੂਬੇ ਦੇ ਵਿੱਚ ਆ ਰਹੀ ਹੈ, 16 ਜਨਵਰੀ ਤੋਂ ਸ਼ੁਰੂ ਹੋਣਾ ਟੀਕਾਕਰਨ ਜੀ, ਤੇ ਇਸ ਹਿਸਾਬ ਦੇ ਨਾਲ ਤਾਂ ਕਰੋੜਾਂ ਦੀ ਆਬਾਦੀ ਆ, ਅਰਬਾਂ ਦੀ ਆਬਾਦੀ ਆ, ਤੇ ਇਹ ਜਦੋਂ ਆਖਰੀ ਬੰਦੇ ਦੀ ਵਾਰੀ ਕਿਹੜੇ ਮੌਕੇ ਆਊਗੀ? ਕਹਿੰਦੇ ਵੀ ਤੁਸੀਂ ਐਪ ਊਪ ਜੀ ਦੇ ਉੱਤੇ ਜਾ ਕੇ ਰਜਿਸਟ੍ਰੇਸ਼ਨ ਵੀ ਕਰਵਾ ਸਕਦੇ ਆ ਵੀ ਭਾਈ ਮੇਰੀ ਵੀ ਦਵਾਈ ਦੇ ਵਿੱਚ ਇਹਦਾ ਲਿਖ ਲਓ, ਮੇਰਾ ਨਾਂ ਲਿਖ ਲਓ, ਮੈਂ ਵੀ ਲਵਾਉਣੀ ਆ। ਕਹਿੰਦੇ ਵੀ ਇਸ ਹਿਸਾਬ ਦੇ ਨਾਲ ਜਿਵੇਂ ਦੁਨੀਆ ਭਰ ਦੇ ਵਿੱਚ ਸਮੱਸਿਆ ਹੈਗੀ ਆ, ਇਦਾਂ ਹੋ ਸਕਦਾ ਤੁਹਾਡੀ ਵਾਰੀ 3.5-4 ਸਾਲ ਬਾਅਦ ਆਵੇ। ਤੁਹਾਨੂੰ ਪਤਾ ਨਹੀਂ ਇੱਕ ਅੱਜ ਕੱਲ ਬਹੁਤ ਜ਼ਿਆਦਾ ਆਡੀਓ ਵਾਇਰਲ ਹੋ ਰਹੀ ਹੈ, ਪਤਾ ਨਹੀਂ ਉਹ ਆਡੀਓ ਸੱਚੀ ਹੈ ਕਿ ਝੂਠੀ ਹੈ, ਪਰ ਉਸ ਆਡੀਓ ਦੇ ਵਿੱਚ ਆਹੀ ਚਰਚਾ ਹੋ ਰਹੀ ਹੈ ਕਿ ਉਹ ਬੰਦਾ ਜਿਹੜਾ ਉਹ ਆਪਣੀ ਸਾਰੀ ਜਾਣਕਾਰੀ ਜਿਹੜੀ ਹੈ ਉਹ ਦਿੰਦਾ ਹੈ ਇਸ ਐਪ ਦੇ ਉੱਪਰ ਕਿ ਮੈਂ ਵੀ ਕਰੋਨਾ ਵੈਕਸੀਨ ਲਵਾਉਣਾ ਚਾਹਨਾ, ਤੇ ਅੱਗੇ ਉਹ ਜਿਹੜੀ ਐਪ ਆ ਉਹਦੇ ਉੱਤੇ ਇੱਕੋ ਜਿਹੜੀ ਬੀਬੀ ਰਿਕਾਰਡਡ ਜਿਹੜੀ ਆ ਉਹ ਬੋਲਦੀ ਹੈ ਕਿ ਤੁਹਾਡੀ ਸਾਰੀ ਜਿਹੜੀ ਜਾਣਕਾਰੀ ਆ ਉਹ ਅਸੀਂ ਦਰਜ ਕਰ ਲਈ है। मैं सुनिए आपकी जानकारी हमने दर्ज कर ली है, आपका नंबर है अभी 25 करोड़ 35 लाख इतना, और आपकी बारी आएगी 2.5 साल बाद, कृपया करके तब तक अपने हाथ धोते रहें, मास्क पहन कर रखें। जी सो पता नहीं वारी कदों आनी है, पर गल ये है कि इस वेले तक कोरोना नाल तां जूझ ही रहे सी, आ बर्ड फ्लू ने नवा रौला पाया। मैनूं इउं लगदा भी बर्ड फ्लू बारे भी अमिताभ बच्चन दी आवाज आई लो। हाँ सज्जनों और देवियों, मैं आपका अमिताभ बच्चन, और अब हमने बर्ड फ्लू से लड़ना है, और हमने मुर्गे के साथ नहीं बर्ड फ्लू के साथ लड़ना है, जब तक दवाई नहीं तब तक कड़ाही नहीं। ਹੋ ਸਕਦਾ ਕੁਝ ਵੀ ਹੋ ਸਕਦਾ, ਪਰ ਇਸ ਵੇਲੇ ਬਚਾਅ ਦੀ ਬਹੁਤ ਜ਼ਿਆਦਾ ਲੋੜ ਹੈ। ਆਪਾਂ ਇਹਨਾਂ ਗੱਲਾਂ ਨੂੰ ਹਾਸੇ ਦੇ ਵਿੱਚ ਨਾ ਲਈਏ, ਕਿਉਂਕਿ ਬਹੁਤ ਸਾਰੇ ਲੋਕਾਂ ਨੇ ਮੈਂ ਕਹਿੰਦੇ ਸੁਣਿਆ ਕਿ ਲੈ ਹੁਣ ਤਾਂ ਸਸਤਾ ਹੋਇਆ, ਹੁਣ ਤਾਂ ਖਾਵਾਂਗੇ। ਆਪਾਂ ਨਾ ਖਾਈਏ, ਕਿਉਂਕਿ ਮੁਰਗਾ ਚਾਹੇ ਸਸਤਾ ਹੋ ਗਿਆ, ਖੁਦਾ ਨਾ ਖਾਸਤਾ ਕੋਈ ਸਮੱਸਿਆ ਪੈਦਾ ਹੋ ਗਈ ਤਾਂ ਜਿੰਨੇ ਪੈਸੇ ਮੁਰਗੇ ਦੇ ਵਿੱਚੋਂ ਬਚਾਏ ਸੀ ਉਹ ਸਾਰੇ ਦਵਾਈਆਂ ਤੇ ਲੱਗ ਜਾਣੇ ਆ। ਸੋ ਗੱਲ ਉੱਥੇ ਦੀ ਉੱਥੇ ਫੇਰ ਆ ਜਾਣੀ ਹੈ, ਜੋ ਨਹੀਂ ਖਾਵਾਂਗੇ ਮੁਰਗਾ ਤੇ ਕੁਝ ਨਹੀਂ ਹੋ ਚੱਲਿਆ। ਜੇ ਬਚਾਅ ਦੀ ਗੱਲ ਕਹੀਏ ਤਾਂ ਬਚ ਲਈਏ। ਬਿਲਕੁਲ ਜੀ, ਤੁਸੀਂ ਮੁੱਖ ਧਾਰਾ ਦੇ ਵਿੱਚ ਆ ਕੇ ਨਾ ਪਹਿਲੀ ਖਬਰ ਸਾਂਝੀ ਕਰੋ ਜਿਹੜੀ ਵੱਡੀ ਆ। ਪਹਿਲੀ ਖਬਰ ਵੱਡੀ ਨਹੀਂ ਟਾਣਾ ਸਾਹਿਬ, ਮੈਂ ਤਾਂ ਤੁਹਾਡੇ ਤੋਂ ਜਾਣਕਾਰੀ ਲੈਣਾ ਚਾਹੁੰਦੀ ਆ। ਇਸ ਵੇਲੇ ਜਿੱਥੇ ਅੱਗੇ ਲੋਕ ਜਿਹੜੇ ਆ ਉਹ ਬਹੁਤ ਜ਼ਿਆਦਾ ਨਾ, ਕੁਝ ਕੁ ਲੋਕ ਅਖਬਾਰ ਨੂੰ ਮਨੋਰੰਜਨ ਦੇ ਲਈ ਪੜ੍ਹਦੇ ਨੇ, ਕੁਝ ਕੁ ਲੋਕ ਅਖਬਾਰ ਨੂੰ ਜਾਣਕਾਰੀ ਹਾਸਲ ਕਰਨ ਲਈ ਪੜ੍ਹਦੇ ਨੇ, ਕੁਝ ਕੁ ਲੋਕ ਜਿਹੜੇ ਨੇ ਹਰੇਕ ਦਾ ਆਪੋ ਆਪਣਾ ਇੱਕ ਮਨਸ਼ਾ ਹੁੰਦਾ ਹੈ ਨਾ, ਪਰ ਅੱਜ ਕੱਲ ਉਹ ਗੱਲਾਂ ਜੀਆਂ ਅਖਬਾਰਾਂ 'ਚ ਲੱਭ ਨਹੀਂ ਰਹੀਆਂ, ਕਿਉਂਕਿ ਪੰਜਾਬ ਦੀ ਸਿਆਸਤ ਬਿਲਕੁਲ ਇਸ ਵੇਲੇ ਬਿਲਕੁਲ ਜੀ ਪੰਜਾਬ ਦੀ ਸਿਆਸਤ ਹੈ ਜਿਹੜੀ ਉਹ ਬਿਲਕੁਲ ਹੈਗੀ ਤਾਂ ਉਵੇਂ ਦੋਸ਼ਾਂ ਦੇ ਉੱਤੇ ਹੀ ਖੜੀ ਆ। ਇੱਕ ਜਣਾ ਕਹੀ ਜਾਂਦਾ ਬਈ ਕੇਂਦਰ ਦੀ ਸਰਕਾਰ ਨਾਲ ਆ ਪੰਜਾਬ ਦੇ ਫਲਾਣੇ ਨੇਤਾ ਦੀ ਸਾਂਝ ਆ, ਇਹ ਲੋਕਾਂ ਨੂੰ ਬੁੱਧੂ ਬਣਾਈ ਜਾਂਦੇ ਆ। ਉਹ ਕਹੀ ਜਾਂਦਾ ਜੀ ਨਾ ਨਾ ਇਹਨਾਂ ਦੇ ਸੰਬੰਧ ਉਹਦੇ ਨਾਲ ਆ। ਇੱਕ ਜਣਾ ਕਹੀ ਜਾਂਦਾ ਇਹਨਾਂ ਦੋਹਾਂ ਦੇ ਸੰਬੰਧ ਉਹਨਾਂ ਨਾਲ ਆ, ਵੀ ਪੰਜਾਬ ਦੇ ਲੋਕ ਇਹਨਾਂ ਦੇ ਵੱਲ ਖਿਆਲ ਹੀ ਨਹੀਂ ਕਰਦੇ, ਨਹੀਂ ਤਾਂ ਕੜੀ ਇਹ ਉਹੀ ਘੋਲ ਰਹੇ ਆ। ਅੱਜ ਵੀ ਉਹੀ ਕੁਝ ਚੱਲ ਰਿਹਾ, ਦੋਸ਼ਾਂ ਦਾ ਸਿਲਸਿਲਾ, ਇੱਕ ਦੂਜੇ ਦੇ ਉੱਤੇ ਦੋਸ਼ ਦੀ ਵਾਛੜ ਕੀਤੀ ਜਾ ਰਹੀ ਹੈ। ਸੋ ਮੈਂ ਹੈਰਾਨ ਹੁੰਦਾ ਵੀ ਯਾਰ ਕਿਸਾਨ ਤਾਂ ਕਿਵੇਂ ਵਿਚਾਰੇ ਠਾਰੀ 'ਚ ਬੈਠੇ ਆ, ਇਹ ਉੱਥੇ ਹੀ ਫੇਰ ਆ ਜਾਂਦੇ ਮੁੜ ਘੜ ਕੇ ਨਹੀਂ ਅਸੀਂ ਜੋ ਕੀਤਾ ਚੰਗਾ ਕੀਤਾ, ਜੋ ਮਾੜਾ ਹੋਇਆ ਇਹਨਾਂ ਨੇ ਕੀਤਾ, ਜੋ ਕੁਝ ਕੀਤਾ ਅਸੀਂ ਕੀਤਾ, ਜੋ ਮਾੜਾ ਕੀਤਾ ਇਹਨਾਂ ਨੇ ਕੀਤਾ। ਇਹਨਾਂ ਗੱਲਾਂ ਦੇ ਵਿੱਚੋਂ ਕਦੇ ਉੱਠੇ ਹੀ ਨਹੀਂ ਆਪਾਂ। ਬਿਲਕੁਲ
ਹੁਣ ਲੋਕਾਂ ਦੀ ਨਾ ਇਹਦੇ ਵਿੱਚ ਦਿਲਚਸਪੀ ਖਤਮ ਹੋ ਗਈ ਹੈ ਵੀ ਕਿਹੜਾ ਨੇਤਾ ਕੀ ਕਹਿੰਦਾ ਹੈ। ਇਸ ਵੇਲੇ ਸਾਰਿਆਂ ਦੀਆਂ ਨਜ਼ਰਾਂ ਜਿਹੜੀਆਂ ਉਹ ਦਿੱਲੀ ਦੀਆਂ ਹੱਦਾਂ ਦੇ ਉੱਪਰ ਟਿੱਕੀ ਹੋਈ ਹੈ ਵੀ ਉੱਥੇ ਕੀ ਹੋ ਰਿਹਾ ਹੈ, ਕੀ ਅਗਲਾ ਕਦਮ ਚੁੱਕਿਆ ਜਾਣਾ ਹੈ, ਕਿਸ ਬਾਬਤ ਗੱਲਬਾਤ ਹੋ ਰਹੀ ਹੈ। ਸੋ ਹੁਣ ਚਾਹੇ ਜੇ ਕੋਈ ਬਿਆਨ ਵੀ ਦਿੰਦਾ ਨਾ ਕਿਸੇ ਦਾ ਧਿਆਨ ਨਹੀਂ ਹੈਗਾ ਵੀ ਕੌਣ ਕੀ ਕਹਿ ਗਿਆ, ਕਿਹਦੇ ਬਾਰੇ ਚ ਕਹਿ ਗਿਆ, ਕਾਹਤੋਂ ਕਹਿ ਗਿਆ। ਇਸ ਲਈ ਸ਼ਾਇਦ ਸਿਆਸਤਦਾਨ ਵੀ ਚੁੱਪ ਬੈਠੇ ਨੇ। ਦੇਖੋ ਇਹ ਚੁੱਪ ਹੀ ਰਹਿਣ, ਇਹਦੇ ਵਰਗੀ ਰੀਸ ਕੋਈ ਨਹੀਂ। ਜਦੋਂ ਇਹ ਬੋਲਦੇ ਆ ਮੁਰਦਾ ਬੋਲੂ ਖੱਫਣ ਪਾੜੂ ਕੁਝ ਨਾ ਕੁਝ ਪੰਗਾ ਹੀ ਪਾਉਣਗੇ। ਇਹਨਾਂ ਨੇ ਕਿਹੜਾ ਇਹ ਕਹਿਣਾ ਵੀ ਭਾਈ ਅਸੀਂ ਆਹ ਕਰਤਾ। ਮੈਂ ਤਾਂ ਹੈਰਾਨ ਉਹਨਾਂ ਨੇਤਾਵਾਂ ਦੇ ਉੱਤੇ ਆ ਜਿਹੜੇ ਕਿ ਕਿਸੇ ਵੀ ਚੀਜ਼ ਦਾ ਨੀਂਹ ਪੱਥਰ ਰੱਖ ਜਾਂਦੇ, ਉਦਘਾਟਨ ਕਰ ਜਾਂਦੇ ਆ, ਬਾਅਦ ਚ ਭੁੱਲ ਜਾਂਦੇ ਵੀ ਅਸੀਂ ਫੀਤਾ ਕੱਟ ਕੇ ਗਏ ਆ। ਮੈਂ ਨਾ ਪਿਛਲੇ 2 ਹਫ਼ਤਿਆਂ ਦੇ ਵਿੱਚ 8-10 ਨੀਂਹ ਪੱਥਰ ਵੇਖੇ ਆ। ਇੱਕ ਥਾਂ ਦੇ ਉੱਤੇ ਸੜਕ ਦਾ ਰਖਤਾ, ਇੱਕ ਥਾਂ ਤੇ ਪੁਲ ਦਾ ਰਖਤਾ, ਇੱਕ ਥਾਂ ਤੇ ਸੀਵਰੇਜ ਦਾ ਰਖਤਾ, ਇੱਕ ਥਾਂ ਤੇ ਧਰਮਸ਼ਾਲਾ ਦਾ ਰਖਤਾ। ਇਹ ਨਹੀਂ ਪਤਾ ਵੀ ਬਣਨੇ ਕਦੋਂ ਆ। ਬਿਲਕੁਲ ਸਹੀ ਉਹ ਲਾ ਕੇ 4 ਇੱਟਾਂ ਜਿਹੀਆਂ ਮੂਹਰੋਂ ਪਰਦਾ ਜਾਂ ਖਿੱਚ ਕੇ ਆ ਗਏ ਆ, ਖਬਰਾਂ ਬਣ ਗਈਆਂ, ਫੋਟੋਆਂ ਖਿੱਚੀਆਂ ਗਈਆਂ, ਲੋਕਾਂ ਨੇ ਤਾੜੀਆਂ ਮਾਰਤੀਆਂ, ਮਿਸ਼ਰੀ ਖਾ ਕੇ ਆ ਗਏ। ਇਹ ਨਹੀਂ ਪਤਾ ਬਣੂ ਕਦੋਂ, ਤੇ ਨਾ ਕਦੇ ਬੋਰਡ ਹੀ ਲਾਇਆ ਵੀ ਇਹ ਕੰਮ ਇੰਨੇ ਸਮੇਂ ਦੇ ਵਿੱਚ ਮੁਕੰਮਲ ਹੋਵੇਗਾ। ਤੇ ਜੇ ਕਿਤੇ ਬੋਰਡ ਲੱਗਾ ਹੋਵੇ ਤਾਂ ਫਿਰ ਉਹਨੂੰ ਲਾ ਦਿੰਦੇ ਆ ਵੀ ਇਹਦੇ ਮੁਤਾਬਕ ਥੋੜੀ ਕਰਨਾ ਆਪਾਂ ਤਾਂ ਆਪਣੇ ਹਿਸਾਬ ਨਾਲ ਚੱਲਾਂਗੇ। ਜੱਜ ਦਾ ਵਿਚਾਰ। ਹਰਮਨ ਜੀ, ਮੈਨੂੰ ਨਾ ਇੱਕ ਗੱਲ ਜਿਹੜੀ ਉਹ ਚੇਤੇ ਆ ਰਹੀ ਹੈ। ਕਹਿੰਦੇ ਵੀ ਇੱਕ ਵਾਰੀ ਇੱਕ ਦਰਜੀ ਦੇ ਕੋਲ ਨਾ ਬੰਦਾ ਪਜਾਮਾ ਸਵਾਉਣ ਲਈ ਲੈ ਗਿਆ, ਲੀੜਾ ਲੈ ਗਿਆ, ਕਹਿੰਦਾ ਵੀ ਇਹਦਾ ਪਜਾਮਾ ਬਣਾ ਦੇ। ਉਹਨੇ ਪਜਾਮੇ ਦੀ ਥਾਂ ਦੇ ਉੱਤੇ ਨਾ ਤੇ ਉਹਦਾ ਕੱਛਾ ਬਣਾਤਾ। ਅੱਛਾ ਜੀ। ਜਾਂ ਉਹ ਤੋਂ ਲੀੜਾ ਖਰਾਬ ਹੋ ਗਿਆ ਜਾਂ ਕੋਈ ਹੋਰ ਕਾਰਨ ਬਣ ਗਿਆ। ਉਹ ਜਦੋਂ ਬੰਦਾ ਆਇਆ ਉਹਦੇ ਕੋਲੇ ਕਹਿੰਦਾ ਮੇਰਾ ਪਜਾਮਾ ਦੇ, ਉਹ ਉਹਨੂੰ ਕੱਛੇ ਦੇ ਫਾਇਦੇ ਸਮਝਾਈ ਜਾਵੇ। ਕੱਛਾ ਪਾਉਣ ਦੇ ਨਾਲ ਲੱਤਾਂ ਨੂੰ ਮੁੜਕਾ ਨਹੀਂ ਆਉਂਦਾ ਹੈ। ਅੱਛਾ ਜੀ। ਕੱਛੇ ਪਾਉਣ ਦੇ ਬਹੁਤ ਫਾਇਦੇ ਹਨ। ਪਜਾਮਾ ਜਦੋਂ ਇੱਥੋਂ ਪਹੁੰਚਿਆ ਤੋਂ ਲਿਬੜ ਜਾਂਦਾ ਹੈ, ਤੈਨੂੰ ਖੇਤ ਦੇ ਵਿੱਚ ਕੰਮ ਕਰਨ 'ਚ ਕੋਈ ਸਮੱਸਿਆ ਨਹੀਂ ਆਵੇਗੀ। ਕਹਿੰਦੇ ਆ ਵੀ ਸਰਕਾਰ ਦੇ ਵੱਲੋਂ ਬਣਾਏ ਗਏ ਖੇਤੀ ਕਾਨੂੰਨ ਵੀ ਇਹੋ ਜਿਹੇ ਆ। ਹੁਣ ਇਹ ਬਣਾ ਤਾਂ ਬੈਠੇ ਆ ਪਰ ਫਾਇਦੇ ਹੀ ਸਮਝਾਈ ਜਾਂਦੇ, ਇਹਦੇ ਆਹ ਫਾਇਦੇ ਹਨ। ਇਹ ਉਸ ਦਰਜੀ ਵਰਗੇ ਆ, ਨਾ ਇਹਨਾਂ ਨੂੰ ਖੁਦ ਨੂੰ ਪਤਾ ਲੱਗਦਾ ਵੀ ਅਸੀਂ ਕੀ ਕਰੀਏ, ਨਾ ਇਹ ਦੂਜੇ ਨੂੰ ਸੰਤੁਸ਼ਟ ਕਰ ਸਕਦੇ ਆ। ਇਸ ਕਰਕੇ ਭਾਈ ਇਸ ਵਕਤ ਕਸੂਤੀ ਸਥਿਤੀ ਦੇ ਵਿੱਚ ਤਾਂ ਸਰਕਾਰ ਹੈਗੀ ਆ, ਪਰ ਉਹ ਪੈਰਾਂ ਤੇ ਪਾਣੀ ਨਹੀਂ ਪੈਣ ਦੇ ਰਹੇ, ਮੰਨਦੇ ਨਹੀਂ ਗਏ, ਜ਼ਿੱਦੀ ਆ। ਉਹ ਕਹਿੰਦੇ ਵੀ ਜੇਕਰ ਅਸੀਂ ਹੁਣ ਝੁਕ ਗਏ ਤਾਂ ਪਤਾ ਨਹੀਂ ਕਿੰਨੀ ਕੁ ਵਾਰ ਕਿੱਥੇ ਕਿੱਥੇ ਝੁਕਣਾ ਪਊਗਾ। ਇਸ ਕਰਕੇ ਅੜੀ ਦੇ ਵਿੱਚ ਹੀ ਮਿੱਟੀ ਪਟਾਈ ਜਾਂਦੇ ਆ। ਬਿਲਕੁਲ ਸਹੀ ਗੱਲ ਹੈ। ਔਰ ਇਸੇ ਦਾ ਕਰਕੇ ਹੁਣ ਟੈਣਾ ਸਾਹਿਬ ਬਹੁਤ ਸਾਰੀਆਂ ਖਬਰਾਂ ਜਿਹੜੀਆਂ ਨੇ ਉਹ ਸਾਹਮਣੇ ਆ ਰਹੀਆਂ ਨੇ। ਔਰ ਜੇ ਕਿਸਾਨ ਆਗੂਆਂ ਦੀ ਆਪਾਂ ਗੱਲ ਕਰੀਏ ਤਾਂ ਸਮੇਂ-ਸਮੇਂ ਤੇ ਤਰ੍ਹਾਂ ਦੇ ਬਿਆਨ ਉਹਨਾਂ ਦੇ ਵੱਲੋਂ ਵੀ ਦਿੱਤੇ ਜਾ ਰਹੇ ਨੇ। ਉਹ ਲੋਕਾਂ ਨੂੰ ਜਾਗਰੂਕ ਕਰਨ ਦੀ, ਆਪਣੇ ਨਾਲ ਜੋੜਨ ਦੀ ਕੋਸ਼ਿਸ਼ ਕਰ ਰਹੇ ਨੇ। ਔਰ ਇਸੇ ਦੇ ਤਹਿਤ ਰਾਜੇਵਾਲ ਹੋਰਾਂ ਦੀ ਇੱਕ ਚਿੱਠੀ ਜਿਹੜੀ ਕਿ ਉਹਨਾਂ ਨੇ ਲਿਖੀ, ਉਹ ਬਹੁਤ ਜ਼ਿਆਦਾ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਇਸ ਵੇਲੇ। ਉਸ ਪੱਤਰ ਦੇ ਵਿੱਚ ਜਿਹੜੀਆਂ ਉਹਨਾਂ ਨੇ ਗੱਲਾਂ ਕੀਤੀਆਂ, ਉਹਨਾਂ ਨੇ ਉਹ ਗੱਲਾਂ ਨੇ ਕਈ ਤਰ੍ਹਾਂ ਦੇ ਸਵਾਲ ਵੀ ਖੜੇ ਕਰ ਦਿੱਤੇ ਨੇ। ਔਰ ਉਸ ਪੱਤਰ 'ਚ ਖਾਸ ਤੌਰ ਤੇ ਜਿਹੜੀ 26 ਜਨਵਰੀ ਦੇ ਬਾਬਤ ਗੱਲਬਾਤ ਕੀਤੀ ਗਈ ਹੈ, ਮੈਂ ਚਾਹੁੰਦੀ ਹਾਂ ਵੀ ਉਹਦੇ ਬਾਬਤ ਵੀ ਆਪਾਂ ਦੇਖੋ। ਬੜੀ ਸਾਫ਼ ਤੇ ਸਪਸ਼ਟ ਗੱਲ ਹੈ ਵੀ ਇਹ ਅੰਦੋਲਨ ਬੜੀ ਕਾਮਯਾਬੀ ਨਾਲ ਅੱਗੇ ਵਧ ਰਿਹਾ। ਇਹ ਗੱਲ ਮੰਨਣਯੋਗ ਹੈ ਵੀ ਇੰਨਾ ਲੰਮਾ ਸਮਾਂ ਇੱਕੋ ਥਾਂ ਦੇ ਉੱਤੇ ਇੱਕੋ ਤਰੀਕੇ ਨਾਲ ਬੈਠੇ ਰਹਿਣਾ ਔਖਾ ਹੁੰਦਾ ਜੀ। ਪਰ ਰਾਜੇਵਾਲ ਸਾਹਿਬ ਦੀ ਜਿਹੜੀ ਚਿੱਠੀ ਆ, ਉਹਨੇ ਦੇਸ਼ ਦੁਨੀਆ ਦੇ ਵਿੱਚ ਚਰਚਾ ਜ਼ਰੂਰ ਛੇੜੀ ਆ। ਉਹਨਾਂ ਨੇ ਬੜੀ ਲੰਮੀ ਚੌੜੀ ਚਿੱਠੀ ਲਿਖੀ ਆ ਕਿਸਾਨ ਵੀਰਾਂ ਦੇ ਨਾਂ ਦੇ ਉੱਤੇ। ਉਹਦੇ ਮੈਂ ਮੁੱਖ ਅੰਸ਼ ਦੱਸ ਦਿੰਦਾ, ਉਹਨੂੰ ਜੇਕਰ ਅਸੀਂ ਵਿਸਥਾਰ 'ਚ ਪੇਸ਼ ਕਰਾਂਗੇ ਤਾਂ ਕਾਫੀ ਸਮਾਂ ਲੱਗ ਜਾਣਾ। ਉਹਦੇ ਵਿੱਚ ਲਿਖਿਆ ਜੀ ਕਿ ਇਸ ਅੰਦੋਲਨ ਦੀ ਕਾਮਯਾਬੀ ਇਸ ਗੱਲ ਦੇ ਵਿੱਚ ਆ, ਦੁਨੀਆ ਭਰ ਦੇ ਵਿੱਚ ਚਰਚਾ ਇਸ ਗੱਲ ਦੀ ਆ ਵੀ ਇੱਕ ਥਾਂ ਦੇ ਉੱਤੇ ਸ਼ਾਂਤਮਈ ਤਰੀਕੇ ਨਾਲ ਇੰਨੇ ਲੰਮੇ ਸਮੇਂ ਤੋਂ ਤੇ ਇੰਨੀ ਵੱਡੀ ਗਿਣਤੀ ਦੇ ਵਿੱਚ ਲੋਕ ਬੈਠੇ ਹੋਣ ਤੇ ਭੜਕੇ ਬਿਲਕੁਲ ਨਾ ਹੋਣ, ਇਹ ਸਾਡੀ ਤਾਕਤ ਆ। ਕੇਂਦਰ ਦੀ ਸਰਕਾਰ ਡਰੀ ਹੋਈ ਆ, ਪਰ ਪਿਛਲੇ ਕੁਝ ਕੁ ਸਮੇਂ ਤੋਂ ਇਸ ਅੰਦੋਲਨ ਦੇ ਵਿੱਚ ਵਿਘਨ ਪਾਉਣ ਦੀਆਂ, ਭੜਕਾਉਣ ਦੀਆਂ, ਹਿੰਸਾ ਕਰਾਉਣ ਦੀਆਂ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ। ਆਪਾਂ ਇਹਦੇ ਤੋਂ ਸੁਚੇਤ ਰਹਿਣਾ। 26 ਤਰੀਕ ਨੂੰ ਜਿਹੜੀ ਅਸੀਂ ਟਰੈਕਟਰ ਪਰੇਡ ਕੱਢਣੀ ਆ, ਰਾਜੇਵਾਲ ਹੋਰਾਂ ਨੇ ਚਿੱਠੀ 'ਚ ਲਿਖਿਆ ਵੀ ਇਹਦੇ ਮੁਤਲਕ ਬਹੁਤ ਸਾਰੀਆਂ ਇਹੋ ਜਿਹੀਆਂ ਭੜਕੀਲੀਆਂ ਖਬਰਾਂ ਆ ਰਹੀਆਂ ਜਿਹੜੀਆਂ ਸਾਨੂੰ ਅੰਦਰੋਂ ਹਲੂਣ ਰਹੀਆਂ, ਜਿਹੜੀਆਂ ਸਾਨੂੰ ਫਿਕਰਮੰਦ ਕਰ ਰਹੀਆਂ। ਕੋਈ ਕਹਿ ਰਿਹਾ ਜੀ ਅਸੀਂ ਲਾਲ ਕਿਲੇ ਤੇ ਕਬਜ਼ਾ ਕਰ ਲੈਣਾ, ਕੋਈ ਕਹਿੰਦਾ ਜੀ ਅਸੀਂ ਤਾਂ ਜਾ ਕੇ ਉੱਥੇ ਪਾਰਲੀਮੈਂਟ ਦਾ ਘਰਾਓ ਕਰ ਲੈਣਾ, ਕੋਈ ਕਹਿੰਦਾ ਦਿੱਲੀ ਵਿਆਹ ਲੈਣੀ ਆ, ਅਸੀਂ ਤਾਂ ਉੱਥੇ ਕੁਰਸੀ ਮੱਲ ਲੈਣੀ ਆ, ਕੋਈ ਕਹਿੰਦਾ ਜੀ ਅਸੀਂ ਐਂ ਕਰ ਦੇਣਾ। ਆਪਾਂ ਇਦਾਂ ਦੀਆਂ ਗੱਲਾਂ ਨਾ ਕਰੀਏ, ਮਾਹੌਲ ਨੂੰ ਵਿਗਾੜੀਏ ਨਾ। ਉਹ ਸਾਨੂੰ ਪਹਿਲਾਂ ਕਹੀ ਜਾਂਦੇ ਆ ਅੱਤਵਾਦੀ ਆ, ਇਹ ਖਾਲਿਸਤਾਨੀ ਆ, ਆਪਾਂ ਇਦਾਂ ਦੀਆਂ ਗੱਲਾਂ 'ਚ ਨਾ ਪਾਈਏ। ਉਹ ਤਾਂ ਚਾਹੁੰਦੇ ਅਸੀਂ ਭੜਕ ਗਏ, ਸਾਡੇ ਨਾਲ ਟਕਰਾਅ ਹੋਵੇ ਤੇ ਬਾਅਦ ਦੇ ਵਿੱਚ ਆਪਣਾ ਅੰਦੋਲਨ ਤਾਰ-ਤਾਰ ਹੋ ਜਾਣਾ। ਜੇਕਰ ਇੱਕ ਵਾਰੀ ਟਕਰਾਅ ਪੈਦਾ ਹੋ ਗਿਆ, ਟਕਰਾਅ ਅੰਦੋਲਨ ਦਾ ਆਖਰੀ ਮੁਕਾਮ ਹੁੰਦਾ। ਫਿਰ ਉਹਨਾਂ ਨੇ ਇਹ ਗੱਲ ਕਹੀ ਆ ਵੀ ਜਿਹੜੇ ਲੋਕ ਆਪਣੇ ਟਰੈਕਟਰਾਂ ਨੂੰ ਸਵਾਰ ਰਹੇ ਆ, ਜਿਹਨੂੰ ਮੋਡੀਫਾਈ ਕਹਿੰਦੇ ਅੰਗਰੇਜ਼ੀ 'ਚ, ਬਈ ਉਹ ਵੱਡੇ ਜੰਗਲੇ ਲਾ ਕੇ ਜਾਂ ਕੁਛ ਵੀ ਹੋਰ ਤਰੀਕੇ ਦੇ ਨਾਲ ਸਵਾਰਿਆ ਜਾ ਰਿਹਾ, ਬਈ ਆਪਾਂ ਬੈਰੀਕੇਡ ਐ ਲੱਤੜ ਦੇਣੇ ਆ, ਆਪਾਂ ਜੀ ਪਰੇ ਕਰ ਦੇਣੇ ਪੱਥਰ। ਇਹ ਸਾਰੇ ਤੁਸੀਂ ਟਰੈਕਟਰ ਇਦਾਂ ਤਿਆਰ ਨਾ ਕਰੋ। ਆਪਾਂ ਕੋਈ ਇਦਾਂ ਦੀ ਜੰਗ ਨਹੀਂ ਲੜਨ ਚੱਲੇ ਗਏ, ਆਪਣੀ ਵਿਚਾਰਾਂ ਦੀ ਜੰਗ ਆ, ਆਪਣੀ ਹੱਕ ਦੇ ਲਈ ਲੜਾਈ ਆ, ਨਾ ਕਿ ਆਪਾਂ ਡਾਂਗਾ ਮਾਰਨ ਚੱਲੇ ਆ। ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਇਸ ਵਕਤ ਬਹੁਤ ਸਾਰੇ ਲੋਕ ਵਲੰਟੀਅਰਾਂ ਦੇ ਵੱਲੋਂ ਬਾਰਡਰ ਦੇ ਉੱਤੇ ਪਹੁੰਚੇ ਹੋਏ ਪੁਲਿਸ ਦੇ ਹਵਾਲੇ ਕੀਤੇ ਜਾ ਰਹੇ, ਜਿਹੜੇ ਕਿ ਮਾਹੌਲ ਭੜਕਾਉਣ ਆਉਂਦੇ ਆ। ਉਹ ਕਹਿੰਦੇ ਵੀ ਆਪਾਂ ਮਾਹੌਲ ਭੜਕਣ ਨਾ ਦੇਗੇ। ਦੂਜੇ ਪਾਸੇ ਰਾਕੇਸ਼ ਟਕੈਤ ਹੋਰਾਂ ਨੇ ਗੱਲ ਕਹੀ ਆ, ਉਹ ਕਹਿੰਦੇ ਵੀ ਅਸੀਂ ਤਾਂ ਰੈਲੀ ਕੱਢਾਂਗੇ।
ਅੱਛਾ ਜੀ। ਉਹ ਕਹਿੰਦੇ ਇਹ ਤਿਰੰਗਾ ਯਾਤਰਾ ਰੁਕੂਗੀ ਨਹੀਂ। ਉਹਨਾਂ ਨੇ ਇਹ ਗੱਲ ਕਹੀ ਹੈ ਵੀ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਤਾਂ ਅਸੀਂ ਅਸਲ ਫੈਸਲਾ ਲਵਾਂਗੇ, ਪਰ ਫਿਲਹਾਲ ਅਸੀਂ ਇਹ ਗੱਲ ਸੋਚ ਕੇ ਚੱਲਦੇ ਹਾਂ ਵੀ ਜੇਕਰ 5 ਸਾਲ ਦੇ ਲਈ ਸਰਕਾਰ ਚੱਲ ਸਕਦੀ ਹੈ ਤਾਂ 5 ਸਾਲ ਦੇ ਲਈ ਸਾਡਾ ਅੰਦੋਲਨ ਕਿਉਂ ਨਹੀਂ ਚੱਲ ਸਕਦਾ, ਅਸੀਂ ਉਵੇਂ ਚਲਾ ਕੇ ਦਿਖਾਵਾਂਗੇ। ਤੇ ਇੱਕ ਹੋਰ ਕਿਸਾਨ ਆਗੂ ਆ ਸੁਰਜੀਤ ਸਿੰਘ ਹੋਰੀ, ਉਹਨਾਂ ਨੇ ਰਾਜੇਵਾਲ ਸਾਹਿਬ ਦੇ ਉੱਤੇ ਸਵਾਲ ਕੀਤੇ ਆ। ਉਹ ਕਹਿੰਦੇ ਵੀ ਜਦੋਂ ਆਪਾਂ ਟਰੈਕਟਰ ਪਰੇਡ ਦਾ ਐਲਾਨ ਕੀਤਾ ਸੀਗਾ ਤੇ ਉਦੋਂ ਆਪਾਂ ਇਹ ਸੋਚਿਆ ਨਹੀਂ ਵੀ ਆਪਾਂ ਨੂੰ ਟਕਰਾਅ ਕਰਕੇ ਵੀ ਅੱਗੇ ਵਧਣਾ ਪੈ ਸਕਦਾ। ਰਾਜੇਵਾਲ ਸਾਹਿਬ ਪੈਰ ਪਿਛਾਂਹ ਨਾ ਖਿੱਚਣ, ਉਹਨਾਂ ਦੇ ਕਹਿਣ ਦੇ ਮੁਤਾਬਕ। ਉਹ ਕਹਿੰਦੇ ਆਪਾਂ ਟਰੈਕਟਰਾਂ ਤੋਂ ਮੱਥਾ ਥੋੜੀ ਟਕਵਾਉਣਾ ਦਿੱਲੀ ਦੇ ਵਿੱਚ ਜਾ ਕੇ, ਹੋਰ ਆਪਣੇ ਤੇ ਫੁੱਲ ਥੋੜੀ ਸੁੱਟਣੇ, ਉਹਨਾਂ ਨੇ ਗਲੀਚੇ ਥੋੜੀ ਵਿਛਾਉਣੇ ਆ। ਸੋ ਸਭ ਦੇ ਆਪੋ ਆਪਣੇ ਵਿਚਾਰ ਆ, ਪਰ ਰਾਜੇਵਾਲਾ ਸਾਹਿਬ ਨੇ ਕਿਹਾ ਵੀ ਆਪਾਂ ਲੜਨਾ ਨਹੀਂ, ਆਪਾਂ ਭਿੜਨਾ ਨਹੀਂ, ਜਿਵੇਂ ਸਾਡੇ ਭਰੋਸੇ ਦੇ ਉੱਤੇ ਲੋਕ ਇੱਥੇ ਆਏ ਆ ਨਾ, ਅਸੀਂ ਘਰਾਂ ਤੱਕ ਵੀ ਉਵੇਂ ਪਹੁੰਚਾਉਣੇ ਆ। ਜੀ ਬਿਲਕੁਲ ਸਹੀ ਗੱਲ ਹੈ। ਔਰ ਇਸ ਤੋਂ ਬਾਅਦ ਵਿੱਚ ਹੁਣ ਲੋਕਾਂ ਦੇ ਵਿੱਚ ਵੀ ਦੁਚਿੱਤੀ ਪੈਦਾ ਹੋ ਗਈ ਹੈ, ਕਿਉਂਕਿ ਪਹਿਲਾਂ ਗੱਲਾਂ ਹੋਰ ਕੀਤੀਆਂ ਜਾ ਰਹੀਆਂ ਸੀ ਤੇ ਹੁਣ ਜਿਹੜੀਆਂ ਗੱਲਾਂ ਨੇ ਉਹਨਾਂ ਦਾ ਮੁਹਾਂਦਰਾ ਬਦਲ ਗਿਆ ਹੈ ਨਾ। ਇਸ ਤੋਂ ਬਾਅਦ ਵਿੱਚ ਲੋਕ ਜਿਹੜੇ ਨੇ ਉਹ ਵੀ ਸਵਾਲ ਕਰਨ ਲੱਗ ਗਿਆ ਕਿ ਆਖਿਰ ਦੇ ਵਿੱਚ ਦੱਸੋ ਅਸੀਂ ਕਰਨਾ ਕੀ ਹੈ। ਹਾਲਾਂਕਿ ਉਹਨਾਂ ਦੇ ਵੱਲੋਂ ਸਾਫ਼ ਕਰ ਦਿੱਤਾ ਗਿਆ ਕਿ ਜਿਹੜਾ ਟਰੈਕਟਰ ਮਾਰਚ ਹੈ ਇਹ ਹੱਦਾਂ ਦੇ ਉੱਪਰ ਹੋਏਗਾ, ਉਸ ਤੋਂ ਬਾਅਦ ਦਿੱਲੀ ਦੇ ਅੰਦਰ ਜਾ ਕੇ ਨਹੀਂ। ਪਰ ਲੋਕ ਜਿਹੜੇ ਨੇ ਉਹਨਾਂ ਦੇ ਵੱਲੋਂ ਅਲੱਗ-ਅਲੱਗ ਤਰ੍ਹਾਂ ਦੇ ਨਾਲ ਇਸ ਨੂੰ ਪ੍ਰਚਾਰਿਆ ਜਾ ਰਿਹਾ। ਸੋ ਵੇਖਦੇ ਹਾਂ 26 ਜਨਵਰੀ ਨੇੜੇ ਹੀ ਹੈ। ਬਿਲਕੁਲ ਜੀ। ਦੂਜੀ ਮਹੱਤਵਪੂਰਨ ਗੱਲ ਇਹ ਹੈ ਵੀ ਆਪਾਂ ਵੱਖੋ ਵੱਖਰੇ ਵਿਚਾਰ ਪੇਸ਼ ਕਰਕੇ ਤੇ ਇਹ ਪ੍ਰਭਾਵ ਨਹੀਂ ਪਾਉਣਾ ਵੀ ਭਾਈ ਸਾਡੇ ਵਿੱਚ ਕੋਈ ਖਿਲਾਰਾ, ਅਸੀਂ ਏਕੇ ਦਾ ਪ੍ਰਗਟਾਵਾ ਕਰਨਾ। ਸਾਡੇ ਪਾਟਣ ਦੀ ਤਾਂ ਉਡੀਕ ਕਰੀ ਜਾਂਦੇ ਆ। ਔਰ ਇੱਕ ਚੀਜ਼ ਮੈਂ ਹੋਰ ਕਹਿਣਾ ਚਾਹੁੰਦੀ ਹਾਂ ਇੱਥੇ ਟੈਣਾ ਸਾਹਿਬ, ਮੈਂ ਨਾ ਵੇਖ ਰਹੀ ਸੀ, ਦੇਖੋ ਇਹ ਸਭ ਕੁਝ ਦੇ ਵਿੱਚ ਜਿਹੜਾ ਇੱਥੋਂ ਦਾ ਮੀਡੀਆ ਹੈ, ਪੰਜਾਬ ਦਾ ਮੀਡੀਆ ਹੈ ਜਾਂ ਵਿਦੇਸ਼ੀ ਮੀਡੀਆ ਹੈ, ਉਹਨੇ ਬਹੁਤ ਚੰਗੀ ਭੂਮਿਕਾ ਅਦਾ ਕੀਤੀ ਹੈ ਹੁਣ ਤੱਕ। ਇਹ ਉਹਨਾਂ ਦੀ ਬਦੌਲਤ ਹੀ ਇਸ ਅੰਦੋਲਨ ਦੇ ਉੱਪਰ ਪੂਰੀ ਦੁਨੀਆ ਦੀ ਨਜ਼ਰ ਜਿਹੜੀ ਹੈ ਉਹ ਟਿਕੀ ਹੋਈ ਹੈ। ਪਰ ਕੁਝ ਇੱਕ ਮੀਡੀਆ ਹਾਊਸ ਇਹੋ ਜਿਹੇ ਨੇ ਜਿਹੜੇ ਭੜਕੀਲੀਆਂ ਖਬਰਾਂ ਦੇ ਚੱਕਰਾਂ ਦੇ ਵਿੱਚ ਗਲਤ ਵੀ ਪ੍ਰਚਾਰ ਰਹੇ ਨੇ। ਸੋ ਆਪਣੀ ਜ਼ਿੰਮੇਵਾਰੀ ਨੂੰ ਵਿਸਾਰ ਬੈਠੇ ਜੀ, ਆਪਾਂ ਗੁਰੇਜ਼ ਕਰੀਏ। ਆਪਣਾ ਕੰਮ ਇਹ ਸੀ ਕਿ ਜੋ ਸੱਚਾਈ ਹੈ ਉਹਨੂੰ ਅੱਗੇ ਲੈ ਕੇ ਜਾਈਏ। ਜੋ ਗੋਦੀ ਮੀਡੀਆ ਨਹੀਂ ਕਰ ਸਕਿਆ, ਸੱਚ ਨੂੰ ਅੱਗੇ ਪੇਸ਼ ਨਹੀਂ ਕਰ ਸਕਿਆ, ਅਸੀਂ ਉਹ ਸੱਚ ਨੂੰ ਪੇਸ਼ ਕਰੀਏ। ਨਾਲੇ ਇੱਕ ਹੋਰ ਗੱਲ ਆ ਵੀ ਪਿਛਲੇ ਕੁਝ ਦਿਨਾਂ ਤੋਂ ਕਦੇ ਈਡੀ ਦੇ, ਕਦੇ ਕੌਮੀ ਜਾਂਚ ਏਜੰਸੀ ਦੇ ਲਗਾਤਾਰ ਨੋਟਿਸ ਆ ਰਹੇ ਆ। ਹੁਣ ਵੀ ਪਤਾ ਲੱਗਾ ਜੀ ਕਿ ਬਲਤੇਜ ਪੰਨੂ ਹੋਰਾਂ ਨੂੰ ਤੇ ਜਿਹੜੇ 3 ਹੈਗੇ ਆ ਟਰਾਂਸਪੋਰਟਰ ਲੁਧਿਆਣੇ ਵੱਲ ਦੇ, ਉਹਨਾਂ ਨੂੰ ਆਏ ਹੈਗੇ ਨੋਟਿਸ ਵੀ ਭਾਈ ਤੁਸੀਂ ਆ ਕੇ ਉਤਰ ਦਿਓ। ਸੋ ਇਹ ਬਹੁਤ ਸਾਰੀਆਂ ਇਹੋ ਜਿਹੀਆਂ ਗੱਲਾਂ ਜਿਹੜੀਆਂ ਸਭ ਦਾ ਧਿਆਨ ਖਿੱਚਦੀਆਂ। ਸੋ ਆਪਾਂ ਆਪਣਾ ਹੱਕ ਵੀ ਲੈਣਾ ਤੇ ਆਪਾਂ ਸਹੀ ਤਰੀਕੇ ਨਾਲ ਵੀ ਚੱਲਣਾ। ਤੇ ਜਿਹੜੇ ਪੱਤਰਕਾਰ ਵੀਰ, ਜਿਹੜੇ ਵੀ ਇਸ ਵਕਤ ਵਪਾਰੀ ਵੀਰ, ਜਿਹੜੇ ਵੀ ਲੋਕ ਇਸ ਅੰਦੋਲਨ ਦੇ ਵਿੱਚ ਬੈਠਿਆਂ ਦੀ ਮਦਦ ਕਰਦੇ ਆ, ਉਹਨਾਂ ਸਾਰਿਆਂ ਦਾ ਧੰਨਵਾਦ ਕਰੀਏ। ਤੇ ਜੇਕਰ ਕਿਸੇ ਨੂੰ ਵੀ ਸੰਕਟ ਪੈਦਾ ਹੁੰਦਾ ਤਾਂ ਆਪਾਂ ਇਕੱਠੇ ਹੋ ਕੇ ਉਹਨਾਂ ਦੇ ਹੱਕ ਦੇ ਵਿੱਚ ਖੜੀਏ। ਜੀ। ਜੱਜ ਦਾ ਵਿਚਾਰ। ਟਾਣਾ ਸਾਹਿਬ ਇੱਕ ਹੋਰ ਖਬਰ ਜਿਹਨੇ ਜਿਹੜੇ ਕਿਸਾਨ ਹਤੈਸ਼ੀ ਲੋਕ ਨੇ, ਜਿਹੜੇ ਉਹਨਾਂ ਦੇ ਹੱਕ ਦੇ ਵਿੱਚ ਖੜੇ ਨੇ, ਇਸ ਖਬਰ ਨੇ ਉਹਨਾਂ ਨੂੰ ਖੁਸ਼ ਕਰ ਦਿੱਤਾ। ਉਹਨਾਂ ਦਾ ਮੰਨਣਾ ਹੈ ਕਿ ਜਿਹੜਾ ਕਿਸਾਨਾਂ ਦਾ ਦਬਾਅ ਹੈ ਉਹ ਸਰਕਾਰ ਦੇ ਉੱਪਰ ਪੈਣਾ ਸ਼ੁਰੂ ਹੋ ਗਿਆ, ਕਿਉਂਕਿ ਪਿਛਲੇ ਕੁਝ ਦਿਨਾਂ ਤੋਂ ਜਦੋਂ ਤੋਂ ਸੁਪਰੀਮ ਕੋਰਟ ਨੇ ਉਹ 4 ਮੈਂਬਰੀ ਕਮੇਟੀ ਦਾ ਗਠਨ ਕੀਤਾ ਸੀ, ਉਸ ਤੋਂ ਬਾਅਦ ਵਿੱਚ ਲੋਕਾਂ ਨੇ ਸਵਾਲ ਕਰਨੇ ਸ਼ੁਰੂ ਕਰ ਦਿੱਤੇ ਸੀ। ਇਸ ਕਮੇਟੀ ਦੀ ਸਾਰੀ ਹਕੀਕਤ ਜਿਹੜੀ ਹੈ ਕੁਝ ਕੁ ਘੰਟਿਆਂ ਦੇ ਵਿੱਚ ਹੀ ਸਾਹਮਣੇ ਆ ਗਈ ਸੀ ਵੀ ਆਖਿਰਕਾਰ ਇਹ 4 ਲੋਕ ਕੌਣ ਨੇ। ਇਹ ਉਹ ਲੋਕ ਸੀ ਜਿਹੜੇ ਕਿ ਸਮੇਂ-ਸਮੇਂ ਦੇ ਉੱਪਰ ਕਾਨੂੰਨਾਂ ਦੇ ਹੱਕ ਦੇ ਵਿੱਚ ਬੋਲਦੇ ਰਹੇ ਨੇ। ਉਸ ਤੋਂ ਬਾਅਦ ਵਿੱਚ ਕੱਲ ਜਿਹੜੀ ਲੋਕਾਂ ਦੇ ਵਿੱਚ ਖੁਸ਼ੀ ਦੀ ਲਹਿਰ ਦੌੜੀ, ਉਹ ਇਸ ਕਰਕੇ ਸੀ ਕਿਉਂਕਿ ਭੁਪਿੰਦਰ ਸਿੰਘ ਮਾਨ ਜਿਹੜੇ ਕਿ ਇਸ ਕਮੇਟੀ ਦੇ ਇੱਕ ਮੈਂਬਰ ਸੀ, ਉਹਨਾਂ ਨੇ ਆਪਣਾ ਪੈਰ ਪਿੱਛੇ ਖਿੱਚ ਲਿਆ। ਉਹ ਕਹਿੰਦੇ ਜੀ ਮੈਂ ਇਹ ਮੈਂਬਰੀ ਤੋਂ ਪਿੱਛੇ ਹਟ ਰਿਹਾ। ਦੇਖੋ ਪਹਿਲੀ ਗੱਲ ਤਾਂ ਇਹ ਆ ਵੀ ਉਹਨਾਂ ਨੇ ਪੈਰ ਪਿੱਛੇ ਖਿੱਚ ਲਿਆ, ਇਹ ਵੀ ਕਿਸਾਨਾਂ ਦੀ ਇੱਕ ਜਿੱਤ ਆ। ਬਿਲਕੁਲ, ਇਹਨੂੰ ਮੈਂ ਨਿੱਜੀ ਤੌਰ ਤੇ ਮੰਨਦਾ ਵੀ ਬੜੀ ਵੱਡੀ ਜਿੱਤ ਆ। ਕਿਸਾਨਾਂ ਦੇ ਅੰਦੋਲਨ ਦੇ ਕਰਕੇ, ਕਿਸਾਨਾਂ ਦੇ ਦਬਾਅ ਦੇ ਕਰਕੇ, ਕਿਸਾਨਾਂ ਦੇ ਸੰਘਰਸ਼ ਦੇ ਕਰਕੇ ਕਮੇਟੀ ਦੇ ਮੈਂਬਰ ਜਿਹੜੇ ਕਿ ਸੁਪਰੀਮ ਕੋਰਟ ਦੇ ਵੱਲੋਂ ਸ਼ਾਮਲ ਕੀਤੇ ਗਏ ਆ, ਕਮੇਟੀ 'ਚ ਪਾਏ ਗਏ ਆ, ਉਹ ਵੀ ਆਪਣਾ ਪੈਰ ਪਿੱਛੇ ਖਿੱਚ ਰਹੇ ਆ। ਕੇਂਦਰ ਦੀ ਸਰਕਾਰ ਵਾਰ-ਵਾਰ ਮੀਟਿੰਗਾਂ ਕਰ ਰਹੀ ਆ, ਕਦੇ ਕੋਈ ਗੱਲ, ਕਦੇ ਕੋਈ ਗੱਲ, ਨਿਤ ਨਵੀਂ ਸਾਹਮਣੇ ਆ ਰਹੀ ਆ। ਇਹ ਜਿੱਤ ਦੀਆਂ ਨਿਸ਼ਾਨੀਆਂ। ਹੋ ਸਕਦਾ ਜਿਹੜੇ 3 ਕਮੇਟੀ ਮੈਂਬਰ ਆ ਇਹਨਾਂ ਦੇ ਵਿੱਚੋਂ ਵੀ ਇੱਕ ਅੱਧਾ ਅੰਦੋਲਨ ਦੇ ਵਿੱਚ ਝੜ ਜੇ, ਉਹ ਵੀ ਕਵੇ ਜੀ ਕਿ ਮੈਨੂੰ ਲੱਗਦਾ ਵੀ ਮੈਨੂੰ ਹੁਣ ਕਿਸਾਨਾਂ ਦੇ ਹੱਕ ਦੇ ਵਿੱਚ ਖੜਨਾ ਚਾਹੀਦਾ। ਭੁਪਿੰਦਰ ਸਿੰਘ ਮਾਨ ਪਹਿਲਾਂ ਖੇਤੀ ਕਾਨੂੰਨ ਦੇ ਪੱਖ ਦੇ ਵਿੱਚ ਵੀ ਬੋਲਦੇ ਰਹੇ ਆ, ਲਿਖਦੇ ਵੀ ਰਹੇ ਆ, ਚਿੱਠੀ ਵੀ ਲਿਖੀ ਨਰਿੰਦਰ ਸਿੰਘ ਤੋਮਰ ਹੋਰਾਂ ਨੂੰ। ਪਰ ਹੁਣ ਇਹਨਾਂ ਨੇ ਇਹ ਗੱਲ ਕਹੀ ਆ ਕਿ ਦੁਨੀਆ ਦਾ ਕੋਈ ਵੀ ਅਹੁਦਾ ਹੋਵੇ, ਮੈਂ ਉਹਦੇ ਨਾਲ ਨਹੀਂ, ਮੈਂ ਕਿਸਾਨ ਦੇ ਨਾਲ ਖੜਾ, ਕਿਉਂਕਿ ਮੈਂ ਵੀ ਕਿਸਾਨ ਆ। ਸੋ ਕਿਸਾਨ ਜਥੇਬੰਦੀਆਂ ਨੇ ਗੱਲ ਕਹੀ ਆ ਵੀ ਚਲੋ ਦੇਰ ਆਇਦ ਦੁਰਸਤ ਆਇਦ, ਪਰ ਮਨ ਦੇ ਵਿੱਚ ਇੱਕ ਸਵਾਲ ਜ਼ਰੂਰ ਆਉਂਦਾ ਵੀ 2 ਦਿਨਾਂ ਬਾਅਦ ਹੀ ਕਮੇਟੀ ਕਿਰਨੀ ਸ਼ੁਰੂ ਹੋ ਗਈ ਹੈ। ਕੀ ਕਮੇਟੀ ਦੇ ਮੈਂਬਰਾਂ ਨੂੰ ਪੁੱਛਿਆ ਨਹੀਂ ਗਿਆ ਵੀ ਤੁਹਾਨੂੰ ਮੈਂਬਰ ਲੈ ਲਈਏ ਕਿ ਨਾ? ਬਿਲਕੁਲ ਸਹੀ। ਜੇ ਸੁਪਰੀਮ ਕੋਰਟ ਨੇ ਬਣਾਈ ਆ ਤਾਂ ਕੀ ਸੁਪਰੀਮ ਕੋਰਟ ਨੇ ਨਹੀਂ ਜਾਣਿਆ? ਜੇ ਸਰਕਾਰ ਨੇ ਬਣਾਈ ਆ ਕੀ ਸਰਕਾਰ ਨੇ ਨਹੀਂ ਪੁੱਛਿਆ? ਪਹਿਲਾਂ ਆਪਾਂ
ਇਸ ਮਾਮਲੇ ਦੇ ਉੱਤੇ ਵਿਚਾਰ ਚਰਚਾ ਕੀਤੀ ਹੋਣੀ ਆ। ਇਹ ਅਚਾਨਕ 48 ਘੰਟੇ ਦੇ ਵਿੱਚ ਜਿਹੜੇ ਵਿਚਾਰ ਬਦਲੇ ਆ, ਇਹਦੇ ਉੱਤੇ ਸਵਾਲ ਜ਼ਰੂਰ ਪੈਦਾ ਹੋਇਆ। ਬਿਲਕੁਲ ਹੋਣੇ ਲਾਜ਼ਮੀ ਵੀ ਨੇ ਨਾ। ਤੁਸੀਂ ਵੇਖੋ ਵੀ ਹੁਣ ਤੱਕ ਤਾਂ ਕੋਈ ਵੀ ਨਹੀਂ ਸੀ ਬੋਲਿਆ, ਕਿਸੇ ਵੱਲੋਂ ਕੋਈ ਬਿਆਨ ਨਹੀਂ ਆਇਆ, ਚਾਹੇ ਲੋਕਾਂ ਨੇ ਸਵਾਲ ਕਰਨੇ ਸ਼ੁਰੂ ਕਰ ਦਿੱਤੇ ਸੀ, ਚਾਹੇ ਕਿਸਾਨ ਆਗੂਆਂ ਨੇ ਸਵਾਲ ਕਰਨੇ ਸ਼ੁਰੂ ਕਰ ਦਿੱਤੇ ਸੀ, ਪਰ ਇਹਨਾਂ 4 ਮੈਂਬਰਾਂ ਦੇ ਵੱਲੋਂ ਕੋਈ ਬਿਆਨ ਨਹੀਂ ਸੀ ਆਇਆ, ਕੋਈ ਗੱਲਬਾਤ ਨਹੀਂ ਸੀ ਹੋਈ। ਪਰ ਇੱਕਦਮ ਇਸ ਖਬਰ ਦਾ ਆਉਣਾ ਕਿ ਦੇਖੋ ਜੀ ਉਹ ਪਿੱਛੇ ਹੋ ਗਏ, ਉਹਨਾਂ ਨੇ ਕਹਿਤਾ ਕਿ ਮੈਂ ਇਹ ਮੈਂਬਰੀ ਨਹੀਂ ਕਬੂਲਦਾ, ਮੈਂ ਪਾਸੇ ਹੋ ਰਿਹਾ, ਇਹ ਆਪਣੇ ਆਪ ਦੇ ਵਿੱਚ ਸਵਾਲ ਤਾਂ ਖੜੇ ਹੋਣਗੇ ਹੀ। ਕੱਲ ਯੋਗੇਂਦਰ ਯਾਦਵ ਹੋਰਾਂ ਨੇ ਇੱਕ ਮਹੱਤਵਪੂਰਨ ਗੱਲ ਕਹੀ ਆ, ਉਹ ਕਹਿੰਦੇ 1 ਵਿਕਟ ਲੈ ਲਈ ਆ, 3 ਬਾਕੀ ਆ, 2 ਹਾਲੇ ਹੋਰ ਵਿੱਚੋਂ ਜਾਣੀਆਂ। ਹੁਣ ਉਹ 2 ਕਿਹੜੀਆਂ ਕੁਝ ਕਹਿ ਨਹੀਂ ਸਕਦੇ ਜੀ। ਔਰ ਇਹ ਜਿਹੜੀ ਸੂਝ-ਬੂਝ ਹੈ ਕਿਸਾਨ ਆਗੂਆਂ ਦੀ, ਇਹਦੇ ਕਰਕੇ ਹੀ ਅੰਦੋਲਨ ਇੰਨਾ ਲੰਮਾ ਚੱਲ ਸਕਿਆ ਟਾਣਾ ਸਾਹਿਬ, ਕਿਉਂਕਿ ਉਹਨਾਂ ਨੂੰ ਹਰ ਚੀਜ਼ ਤੇ ਉਹ ਮੁਸਤੈਦੀ ਵਰਤ ਰਹੇ ਨੇ, ਉਹਨਾਂ ਨੂੰ ਹਰ ਪਾਸੇ ਦੀ ਖਬਰ ਹੈ ਕਿ ਇਸ ਵੇਲੇ ਕੀ ਵਾਪਰ ਰਿਹਾ ਹੈ, ਕੀ ਵਾਪਰਨਾ ਚਾਹੀਦਾ ਹੈ ਤੇ ਕਿਵੇਂ ਸੂਝ-ਬੂਝ ਦੇ ਨਾਲ ਅੱਗੇ ਆਪਾਂ ਵਧਣਾ ਹੈ। ਸੋ ਇਹੀ ਚੀਜ਼ਾਂ ਜਿਹੜੀਆਂ ਨੇ ਕਿਤੇ ਨਾ ਕਿਤੇ ਸਰਕਾਰ ਨੂੰ ਤੰਗ ਕਰ ਰਹੀਆਂ ਨੇ। ਬਿਲਕੁਲ ਸਹੀ। ਹੁਣ ਅਗਲੀਆਂ ਖਬਰਾਂ ਵੱਲ ਵਧੀਏ। ਬਿਲਕੁਲ ਜੀ, ਅਗਲੀ ਖਬਰਾਂ ਨੇ ਜਿਹੜੀ ਉਹ ਜਸਟਿਸ ਮਾਰਕੰਡੇ ਕਾਟਜੂ ਨਾਲ ਜੁੜੀ ਹੋਈ ਹੈ। ਇਹ ਸਾਬਕਾ ਜੱਜ ਆ ਜਸਟਿਸ ਮਾਰਕੰਡੇ ਕਾਟਜੂ ਨੇ ਸਮੇਂ-ਸਮੇਂ ਦੇ ਉੱਤੇ ਬਹੁਤ ਸਾਰੇ ਵਿਚਾਰ ਆ ਜਿਹੜੇ ਉਹ ਸਾਂਝੇ ਕੀਤੇ ਆ, ਜਿਹਦੇ ਵਿੱਚੋਂ ਕਈ ਇੰਨੇ ਤਿੱਖੇ ਹੁੰਦੇ ਆ ਵੀ ਕਈਆਂ ਨੂੰ ਚੰਗੇ ਨਹੀਂ ਵੀ ਲੱਗਦੇ। ਜਦੋਂ ਇਹਨਾਂ ਨੇ ਇਹ ਗੱਲ ਕਹੀ ਸੀ ਵੀ ਕਈ ਲੋਕਾਂ ਦੇ ਸਿਰ ਦੇ ਵਿੱਚ ਗੋਬਰ ਭਰਿਆ ਹੋਇਆ, ਉਦੋਂ ਕਈ ਲੋਕਾਂ ਨੇ ਪੀੜ ਬਹੁਤ ਉੱਠੀ ਵੱਖੀ ਦੇ ਵਿੱਚੋਂ ਵੀ, ਪਰ ਉਹ ਕਹਿੰਦੇ ਵੀ ਮੈਂ ਤਾਂ ਇਹ ਕਹਿਣਾ ਹੁੰਦਾ ਯਾਰ ਵੀ ਜਿਹੜੀ ਗੱਲ ਹੈ ਉਹ ਤਾਂ ਹੈ। ਉਹ ਕਹਿੰਦੇ ਵੀ ਮੈਂ ਤਾਂ ਤਰਕ ਦੇ ਨਾਲ ਗੱਲ ਕਰਨਾ, ਕਿਸੇ ਨੂੰ ਚੰਗੀ ਲੱਗੇ ਜਾਂ ਮਾੜੀ ਲੱਗੇ। ਹੁਣ ਉਹਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੂੰ ਇੱਕ ਚਿੱਠੀ ਲਿਖੀ ਆ। ਇਸ ਚਿੱਠੀ ਦੇ ਵਿੱਚ ਇਹਨਾਂ ਨੇ ਇਹ ਗੱਲ ਕਹੀ ਹੈ ਕਿ ਇਸ ਵਕਤ ਖੇਤੀ ਕਾਨੂੰਨ ਰੱਦ ਕਰਨੇ ਸਮੇਂ ਦੀ ਸਭ ਤੋਂ ਵੱਡੀ ਲੋੜ ਆ। ਜੇਕਰ ਤੁਸੀਂ ਖੇਤੀ ਕਾਨੂੰਨ ਰੱਦ ਨਹੀਂ ਕਰਦੇ, ਆਉਂਦੇ ਸਮੇਂ ਦੇ ਵਿੱਚ ਦਿੱਲੀ ਜਲਿਆਂਵਾਲਾ ਬਾਗ ਬਣ ਸਕਦੀ ਆ। ਉਹ ਕਹਿੰਦੇ ਵੀ 26 ਤਰੀਕ ਨੂੰ ਕਿਸਾਨਾਂ ਨੇ ਟਰੈਕਟਰ ਲੈ ਕੇ ਜਾਣਾ ਦਿੱਲੀ ਦੇ ਵਿੱਚ। ਜੇ ਇਹ ਦਿੱਲੀ ਦੇ ਵਿੱਚ ਵੜਦੇ ਆ, ਉਧਰੋਂ ਪੁਲਿਸ ਰੋਕਦੀ ਆ, ਉੱਥੇ ਟਕਰਾਅ ਪੈਦਾ ਹੁੰਦਾ, ਉੱਥੇ ਖੂਨੀ ਜੰਗ ਹੋ ਸਕਦੀ ਆ। ਇਹ ਨਾ ਹੋਵੇ ਦੋਵੇਂ ਧਿਰਾਂ ਦਾ ਨੁਕਸਾਨ ਹੋਵੇ ਜਾਂ ਕਿਸੇ ਵੀ ਧਿਰ ਦਾ ਨੁਕਸਾਨ ਹੋਵੇ ਤੇ ਉਹ ਜਲਿਆਂਵਾਲਾ ਬਾਗ ਬਣ ਜੇ। ਇਸ ਕਰਕੇ ਕੀਤੀਆਂ ਗਈਆਂ ਗਲਤੀਆਂ ਤੇ ਮਾਫੀ ਵੀ ਮੰਗਣੀ ਚਾਹੀਦੀ ਹੈ ਤੇ ਖੇਤੀ ਕਾਨੂੰਨ ਆਪਾਂ ਨੂੰ ਰੱਦ ਕਰਕੇ ਤੇ ਚੰਗੇ ਹੋਣ ਦਾ ਸਬੂਤ ਦੇਣਾ ਚਾਹੀਦਾ। ਉਹਨਾਂ ਨੇ ਕਿਹਾ ਜੇਕਰ ਕੇਂਦਰ ਦੀ ਸਰਕਾਰ ਮਾਫੀ ਮੰਗ ਲਵੇ ਤਾਂ ਫਿਰ ਇਹਦਾ ਕੱਦ ਹੋਰ ਵੱਡਾ ਹੋਊਗਾ, ਘਟਣਾ ਨਹੀਂ ਆ। ਬਿਲਕੁਲ ਸਹੀ ਗੱਲ ਹੈ। ਦੇਖੋ ਚਿੰਤਾ ਤਾਂ ਹੈ ਟਾਣਾ ਸਾਹਿਬ, ਹਰ ਇੱਕ ਦੇ ਮਨ ਦੇ ਵਿੱਚ ਸਵਾਲ ਖੜੇ ਹੋ ਰਹੇ ਨੇ ਵੀ 26 ਜਨਵਰੀ ਨੂੰ ਕੀ ਹੋਊਗਾ। ਹਰੇਕ ਬੰਦਾ ਇਸ ਵੇਲੇ ਸੋਚ ਰਿਹਾ ਵੀ ਸਭ ਕੁਝ ਸੁੱਖੀ ਸਾਂਦੀ ਹੋਵੇ, ਕੁਝ ਵੀ ਕਿਤੇ ਵੀ ਟਕਰਾਅ ਨਾ ਪੈਦਾ ਹੋਏ, ਕਿਤੇ ਵੀ ਕੋਈ ਝੜਪਾਂ ਜਿਹੜੀਆਂ ਉਹ ਨਾ ਹੋਣ। ਪਰ ਗੱਲ ਇਹ ਹੈ ਕਿ ਸੂਝ-ਬੂਝ ਤੋਂ ਕੰਮ ਲੈਣ ਦੀ ਲੋੜ ਹੈ ਇਸ ਵੇਲੇ, ਚਾਹੇ ਕੋਈ ਵੀ ਹੈ। ਮੈਨੂੰ ਲੱਗਦਾ ਹੈ ਕਿ ਆਪਣੀ ਹਉਮੈ, ਆਪਣਾ ਹੰਕਾਰ ਪਿੱਛੇ ਛੱਡ ਕੇ ਫਿਰ ਅੱਗੇ ਵਧਣਾ ਚਾਹੀਦਾ ਇਨਸਾਨ ਨੂੰ। ਔਰ ਇਸ ਵੇਲੇ ਜੇਕਰ ਹਰ ਪਾਸੇ ਇਹ ਗੱਲ ਉੱਠ ਰਹੀ ਹੈ, ਦੇਖੋ ਨਿੱਕੀ ਜਿਹੀ ਚੀਜ਼ ਹੈ, ਤੁਸੀਂ ਚਾਹੁੰਦੇ ਹੋ, ਤੁਸੀਂ ਕਹਿੰਦੇ ਹੋ, ਜਿਵੇਂ ਤੁਸੀਂ ਇਸ ਚੀਜ਼ ਨੂੰ ਪ੍ਰਚਾਰ ਰਹੇ ਹੋ ਕਿ ਅਸੀਂ ਕਿਸਾਨਾਂ ਦਾ ਫਾਇਦਾ ਕਰਨਾ ਚਾਹੁੰਦੇ ਆ, ਕਿਸਾਨ ਨੂੰ ਫਾਇਦਾ ਨਹੀਂ ਚਾਹੁੰਦੇ ਤੇ ਗੱਲ ਨਿੱਕੀ ਜਿਹੀ ਹੈ ਨਾ। ਤੁਸੀਂ ਕਹਿ ਦਿਓ ਵੀ ਠੀਕ ਹੈ ਅਸੀਂ ਇਹਨਾਂ ਨੂੰ ਰੱਦ ਕਰਦੇ ਹਾਂ, ਪਰ ਤੁਸੀਂ ਆਪਣੀ ਜ਼ਿੱਦ ਤੇ ਅੜੇ ਹੋਏ ਹੋ, ਉਧਰ ਉਹ ਆਪਣੀ ਜ਼ਿੱਦ ਤੇ ਅੜੇ ਹੋਏ ਨੇ। ਸੋ ਇਹ ਸਭ ਕੁਝ ਦੇ ਵਿੱਚ ਕਿਤੇ ਨਾ ਕਿਤੇ ਕੋਈ ਨੁਕਸਾਨ ਨਾ ਹੋ ਜਾਏ, ਇਹਦਾ ਤਾਂ ਹਰੇਕ ਨੂੰ ਡਰ ਹੈ। ਇੱਕ ਹੋਰ ਬੜੀ ਮਹੱਤਵਪੂਰਨ ਗੱਲ ਹੈ ਵੀ ਤੁਸੀਂ ਕਹਿੰਦੇ ਹੋ ਵੀ ਸਾਡੇ ਤਾਂ ਇਸ ਕਾਨੂੰਨ ਦੇ ਹੱਕ ਦੇ ਵਿੱਚ ਵੀ ਬਹੁਤ ਸਾਰੇ ਕਿਸਾਨ ਜੀ, ਉਹ ਕੁਝ ਕੁ ਹਜ਼ਾਰ ਕਿਸਾਨ ਜਾਂ ਕੁਝ ਕੁ ਸੈਂਕੜੇ ਕਿਸਾਨ ਕਿਤੇ ਖੜੇ ਤਾਂ ਵਿਖਾ ਦਿਓ। ਜਿਵੇਂ ਅਸੀਂ ਖਿਲਾਫਤ ਕਰ ਰਹੇ ਹਾਂ ਵੀ ਸਾਨੂੰ ਇਹ ਕਾਨੂੰਨ ਨਹੀਂ ਚਾਹੀਦੇ, ਇਹ ਗਲਤ ਆ, ਇਹ ਕਾਲੇ ਆ, ਅਸੀਂ ਤਾਂ ਬੈਠੇ ਸੜਕਾਂ ਦੇ ਉੱਤੇ, ਸਾਡੀਆਂ ਤਾਂ ਫੋਟੋਆਂ ਨਸ਼ਰ ਹੁੰਦੀਆਂ। ਤੁਸੀਂ ਕਹਿੰਦੇ ਹੋ ਵੀ ਵੱਡੀ ਗਿਣਤੀ ਦੇ ਵਿੱਚ ਇਹਨਾਂ ਕਾਨੂੰਨਾਂ ਦੇ ਹੱਕ ਦੇ ਵਿੱਚ ਵੀ ਕਿਸਾਨ ਆ, ਉਹ ਕਿੱਥੇ ਬੈਠੇ ਆ? ਕਿਤੇ ਉਹ ਹੈਗੇ ਵੀ ਇਹ ਧਰਤੀ ਦੇ ਉੱਤੇ, ਕੋਈ ਉਹਨਾਂ ਦਾ ਆਧਾਰ ਕਾਰਡ ਹੋਊਗਾ, ਕਿਤੇ ਫੋਟੋ ਤਾਂ ਖਿੱਚੀ ਜਾਂਦੀ, ਕਿਹੜਾ ਫੋਟੋ ਐਕਸਰੇ ਬਣ ਜਾਂਦੀ ਉਹਨਾਂ ਦੀ। ਇਸ ਕਰਕੇ ਉਹਨਾਂ ਦਾ ਜ਼ਿਕਰ ਵੀ ਕਰ ਦਿਓ। ਹਾਂ, ਕੋਈ ਜਥੇਬੰਦੀ ਦਾ ਨਾਂ ਹੋਏਗਾ, ਬੰਦਿਆਂ ਦੇ ਨਾਂ ਹੋਣਗੇ। ਗੂਗਲ ਅੱਜ ਕੱਲ ਸਭ ਕੁਝ ਜਾਣਦਾ, ਤੁਸੀਂ ਦੱਸੋ ਲੋਕ ਜਾਣ ਸਕਣ ਵੀ ਆਖਿਰਕਾਰ ਸੱਚ ਹੈ ਕੀ। ਦੇਖੋ ਗੱਲ ਇਹ ਹੈ ਵੀ ਉਹਨਾਂ ਨੂੰ ਲੱਗਦਾ ਹੈ ਕਿ ਉਹ ਸੱਚੇ ਨੇ ਤੇ ਇਸ ਲਈ ਉਹ ਬਰੂਹਾਂ ਦੇ ਉੱਪਰ ਬੈਠੇ ਨੇ। ਜੇ ਤੁਹਾਨੂੰ ਲੱਗਦਾ ਤੁਸੀਂ ਸੱਚੇ ਹੋ ਤਾਂ ਆਪਣੀ ਗੱਲ ਖੁੱਲ ਕੇ ਕਰੋ ਨਾ, ਉਹਨਾਂ ਦੇ ਵਿੱਚ ਆ ਕੇ ਕਰੋ। ਹਰ ਵਾਰ ਮੀਟਿੰਗ ਦਰ ਮੀਟਿੰਗ, ਨਵੀਂ ਤਰੀਕ ਤੋਂ ਤਰੀਕ, ਇਹ ਕੰਮ ਸੋਭਦੇ ਨਹੀਂ। ਵੈਸੇ ਨਾ ਇਹ ਤਰੀਕ ਤੋਂ ਤਰੀਕ ਵਾਲੀ ਗੱਲ ਆ ਜਿਹੜੀ ਉਹ ਬੀਜੇਪੀ ਦੇ ਸੰਸਦ ਮੈਂਬਰ ਤੋਂ ਸਿੱਖੀ ਆ। ਉਹ ਹੈਗਾ ਸਨੀ ਦਿਓਲ, ਉਹ ਵੀ ਆਪਦੇ ਡਾਇਲੋਗ ਤਾਰੀਖ ਪੇ ਤਾਰੀਖ ਐ ਕਹਿੰਦਾ ਸੀ ਤੇ ਇਹ ਤਰੀਕਾਂ ਤੇ ਤਰੀਕਾਂ ਪਾਉਣ ਲੱਗ ਪਈ ਸਾਰੀ ਸਰਕਾਰ। ਪਰ ਸਨੀ ਦਿਓਲ ਹੋਰਾਂ ਨੂੰ ਫਿਲਮ ਦੇ ਵਿੱਚ ਤਾਂ ਬਹੁਤ ਜ਼ਿਆਦਾ ਬੁਰਾ ਲੱਗਿਆ ਸੀ ਵੀ ਤਰੀਕ ਤੇ ਤਰੀਕ ਕਿਉਂ ਪੈ ਰਹੀ ਹੈ। ਹੁਣ ਕਿਉਂ ਨਹੀਂ ਬੋਲਦੇ? ਹੁਣ ਵੀ ਤਾਂ ਤਰੀਕਾਂ ਪੈ ਰਹੀਆਂ ਨੇ। ਬਿਲਕੁਲ ਸਹੀ ਗੱਲ ਆ, ਬੋਲਣਾ ਚਾਹੀਦਾ ਜੇਕਰ ਉਹ ਪੰਜਾਬ ਦਾ ਅਸਲ ਪੋਤਾ ਦਾ। ਦੇਖੋ ਗਲਤ ਨੂੰ ਗਲਤ ਕਹੋ, ਅਹੁਦਿਆਂ ਦਾ ਕੀ ਆ? ਇੱਥੇ ਰਾਜੇ ਮਹਾਰਾਜੇ ਹੋਏ ਆ, ਉਹਨਾਂ ਨੂੰ ਪੁੱਛਦਾ ਕੋਈ? ਜਹਾਨੋਂ ਤੁਰ ਗਏ, ਗੱਲ ਖਤਮ। ਇਹਨਾਂ ਸੜਕਾਂ ਦੇ ਉੱਤੇ ਜਿੱਥੇ ਕਾਰਾਂ ਭਜਦੀਆਂ, ਕਦੇ ਘੋੜੇ ਹੁੰਦੇ ਸੀ, ਕਦੇ ਹਾਥੀ ਹੁੰਦੇ ਸੀਗੇ, ਕਦੇ ਇੱਥੇ ਵਰਸ਼ਾਂ ਵਾਲੇ ਉਹਨਾਂ ਦੇ ਸੈਨਿਕ ਫਿਰਦੇ ਹੁੰਦੇ ਸੀਗੇ। ਅੱਜ ਕੋਈ ਹੈ ਵਜੂਦ ਉਹਨਾਂ ਦਾ? ਸੋ ਸਮੇਂ ਦੇ ਨਾਲ ਬਹੁਤ ਕੁਝ ਬਦਲ ਗਿਆ ਤੇ ਇਹ ਵੀ ਨਹੀਂ ਰਹਿਣੇ, ਇਹ ਵੀ ਤੁਰ ਜਾਣੇ ਆ। ਸੋ ਇਸ ਕਰਕੇ ਆਪਾਂ ਮਨੁੱਖ ਦੇ ਤੌਰ ਦੇ ਉੱਤੇ
फर्ज पूरे करगे, फर्ज अदा करगे। और ये किसी एक पार्टी, किसी एक सियासी धिर दी गल नहीं, ये हरेक दे उपर लागू हुंदी चीज है कि असीं अपने निजी मुफाद जिहड़े ने वो पासे रखीए, इस वेले हक दी सच दी गल करिए। बाकी सब कुछ तां हुंदा ही रहना है, पर हुण जो हो रहा है इहदे बारे च सोचना विचारना पएगा सानूं। बिल्कुल। जज दा विचार। टाणा साहब हुण गल करदे आं आपां चीन दी जिथों कोरोना वायरस आया जी। देखो गल ये है भी चाइना दे बारे च बहुत कुछ कहा जाता है, चाइना दा जिहड़ा समान है उहदे बारे च बहुत कुछ कहा जाता भी चलदा नहीं, ਜਿਹੜਾ ਨਾ ਪਿਆਰ ਮੁਹੱਬਤ ਹੁੰਦੀ ਹੈ ਇਹ ਵੀ ਚੀਨ ਦੇ ਸਮਾਨ ਵਰਗਾ। ਅੱਛਾ ਚੱਲੇ ਤਾਂ ਬਹੁਤ ਲੰਮਾ ਸਮਾਂ ਚੱਲੇ, ਨਾ ਚੱਲੇ ਘੰਟਾ ਦੇ ਚੱਲੇ। ਅੱਛਾ ਜੀ ਕਹਿੰਦੇ ਆ ਇਹ। ਹਾਂ ਮੈਂ ਵੀ ਪੁੱਛਣ ਹੀ ਲੱਗੀ ਸੀ ਵੀ ਤੁਹਾਨੂੰ ਕਿਵੇਂ ਪਤਾ। ਮੈਂ ਸੁਣਿਆ। ਅੱਛਾ ਇਹ ਠੀਕ ਹੈ ਸਾਡਾ ਪੰਜਾਬੀਆਂ ਦਾ ਵੈਸੇ ਕਿ ਅੱਧਿਓਂ ਜ਼ਿਆਦਾ ਗੱਲਾਂ ਜਿਹੜੀਆਂ ਕਹਿੰਦੇ ਆ ਮੈਂ ਸੁਣਿਆ ਕਹਿ ਕੇ ਅਸੀਂ ਕਹਿ ਜਾਂਦੇ ਆ ਹੈ ਨਾ, ਪਰ ਕਈਆਂ ਆਪ ਹੀ ਹੁੰਦੀਆਂ ਨੇ ਵੈਸੇ। ਚਲੋ ਠੀਕ ਆ, ਚਲੋ ਕੋਈ ਗੱਲ ਨਹੀਂ। ਪਰ ਮੈਂ ਚੀਨ ਦੇ ਸਮਾਨ ਦੀ ਗੱਲ ਕਰ ਰਹੀ ਸੀ ਵੀ ਇਹ ਕਿਹਾ ਜਾਂਦਾ ਹੈ ਕਿ ਚਾਈਨਾ ਦਾ ਸਮਾਨ ਬਹੁਤਾ ਟਿਕਦਾ ਨਹੀਂ, ਚਾਈਨਾ ਦਾ ਸਮਾਨ ਬਹੁਤਾ ਚੱਲਦਾ ਨਹੀਂ, ਪਰ ਚਾਈਨਾ ਦੇ ਵਿੱਚ ਉਹਨਾਂ ਦਾ ਸਮਾਨ ਜਿਹੜਾ ਚੱਲ ਗਿਆ ਉਹਨੇ ਲੋਕਾਂ ਨੂੰ ਚੱਕਰਾਂ 'ਚ ਪਾਤਾ ਹੀ। ਕਿਵੇਂ ਚੱਕਰਾਂ 'ਚ ਪਾਤਾ? ਚੀਨ ਨੇ ਸਾਰੀ ਦੁਨੀਆ ਨੂੰ ਚੱਕਰਾਂ 'ਚ ਪਾਇਆ। ਵੁਹਾਨ ਮੰਡੀ ਦੇ ਵਿੱਚੋਂ ਜਿਸ ਤਰੀਕੇ ਦੇ ਨਾਲ ਪਸ਼ੂ ਪੰਛੀ ਵੱਢ ਕੇ ਵੇਚੇ ਆ, ਕਹਿੰਦੇ ਵੀ ਉਸ ਮੰਡੀ ਦੇ ਵਿੱਚੋਂ ਕੋਰੋਨਾ ਵਾਇਰਸ ਦਾ ਛਿੱਟਾ ਨਿਕਲਿਆ। ਹੁਣ WHO ਵਾਲੇ ਗਏ ਹੋਏ ਨੇ ਵੁਹਾਨ ਦੇ ਵਿੱਚ, ਸਾਰਾ ਕੁਝ ਦੇਖਣਗੇ ਉੱਥੇ ਵੀ ਕੀ ਪਤਾ ਨਹੀਂ ਲੱਗਦਾ ਉੱਥੇ ਵੀ ਕਿਹੜੇ ਬੰਦੇ ਨਾਲ ਪਹਿਲਾਂ ਗੱਲ ਕੀਤੀ ਸੀ ਤੇ ਹੁਣ ਕਿਹੜਾ ਆ ਗਿਆ। ਜੀ ਬਿਲकुल। पर हुण गल ये है भी चाइना दा जिहड़ा समान है ना जिहदी मैं गल कर रही हां, ये खबर आई है चाइना दी एक टेक्नो कंपनी आ उथों। टेक्नो हाँ जी, मतलब तकनीक नाल जुड़ी हुई कोई कंपनी होगी। उन्होंने की कीता, उन्होंने अपने कर्मचारियों नूं कहा भी देखो असीं तुहाडे लई ना स्मार्ट कुशन्स लैके आए हां। ये कुशन्स साहब की हुंदे ने? मतलब वो जिहड़ा सराणा जिहा पिठ पिछे रख के बैठण नूं गद्दी हां, ओ कहंदे ये स्मार्ट आ, मतलब तुहाडी सेहत दा ख्याल रखू, तुहाडा दिल किद्दां धड़क रिहा है ओहदे बारे च दसो। पिठ आराम नाल रहोगे। हां ये तुहानूं फिर जदों तुसीं ज्यादा लंबा समा बैठे रहोगे, क्योंकि ज्यादा लंबा समा बहना जिहड़ा वो गलत हुंदा है, फिर ये तुहानूं कहोगे भी हुण उठ के थोड़ा सैर कर लो। हाँ थोड़ा जिहा आराम करना चाहिदा है, ते इसलिए उन्होंने कहा भी तुसीं ये कुशन्स वरतो। हाँ बंदियां ने भी कहा लै भी कंपनी साडे बारे किन्ना सोचदी है ना, वो कुशन्स लेके घरे चल गए। कुशन्स ले ले। हाँ बिल्कुल, ते मुड़ के घरे चल गए। सीधा गद्दी कहो ना, मेरी जीभ नूं 25 तरह दी गंढ पै जांदी है। कुशन्स हाँ गद्दी जी। सो ये जिहड़ी गद्दी है बाद च पता लग्या कि सारा जिहड़ा उन्हां दा निजी डाटा है भी किहड़ा बंदा किन्नी देर काम करदा है, कदों कदों सीट ते बैठा कदों नहीं बैठा, ये तां ओह भालदी सी, ਉਹਦੇ ਬਾਰੇ ਸਾਰਾ ਕੁਝ ਕੰਪਨੀ ਨੂੰ ਦੱਸਦੀ ਸੀ ਤੇ ਕੰਪਨੀ ਇਹ ਕਹਿੰਦੀ ਰਹੀ ਵੀ ਤੁਹਾਡੀ ਸਿਹਤ ਬਾਰੇ ਦੱਸੂਗੀ। ਇਹ ਬਾਹਰ ਲਿਆਣ ਵਾਲੀ ਨੇ ਧੱਕਾ ਕਰਦੇ, ਆਪਦੇ ਨਾਲ ਵੀ ਕਰੀ ਜਾਂਦੇ ਆ ਜੀ, ਧੋਖਾ ਕਰਦੇ ਆ। ਇਹ ਸਭ ਤੋਂ ਵੱਡਾ ਧੋਖਾ ਇਹ ਕਹਿੰਦੇ ਉਹਨਾਂ ਨੇ ਉਹ ਜਦੋਂ ਦਿੱਤੀ ਨਾ ਗੱਦੀ ਜੀ, ਉਸ ਤੋਂ ਪਹਿਲਾਂ ਇੱਕ ਪੇਪਰ ਦੇ ਉੱਪਰ ਸਾਈਨ ਵੀ ਕਰਾਇਆ ਸੀ। ਉਸ ਪੇਪਰ 'ਚ ਸਾਰੀਆਂ ਹਦਾਇਤਾਂ ਅੰਗਰੇਜ਼ੀ 'ਚ ਲਿਖੀਆਂ ਸੀ, ਚਾਈਨੀਜ਼ 'ਚ ਨਹੀਂ। ਅੱਛਾ, ਜਿਹਦੇ ਕਰਕੇ ਉਹਨਾਂ ਨੂੰ ਪਤਾ ਹੀ ਨਹੀਂ ਲੱਗਿਆ ਉਹਨਾਂ ਨੇ ਸਾਈਨ ਕਿੱਥੇ ਕਰ ਦਿੱਤੇ। ਅੰਗਰੇਜ਼ੀ ਉੱਥੇ ਆਉਂਦੀ ਘੱਟ ਆ ਜੀ, ਉੱਥੇ ਚੀਨੀ ਭਾਸ਼ਾ ਚੱਲਦੀ ਆ। ਹਾਂ ਦੇਖੋ ਕਿੰਨਾ ਵੱਡਾ ਧੋਖਾ। ਬਿਲਕੁਲ ਧੋਖਾ ਜੀ। ਕਹਿੰਦੇ ਵੀ ਉਹਦੇ ਵਿੱਚ ਨਾ ਜੰਗ ਪਲੰਗਾ ਇਹੋ ਜਿਹਾ ਫਿੱਟ ਕੀਤਾ ਸੀਗਾ ਵੀ ਜਿਹਦੇ 'ਚ ਆਵਾਜ਼ ਆ ਜਾਂਦੀ ਸੀ, ਤੁਸੀਂ ਕਿੰਨੇ ਵਜੇ ਆਪਦੀ ਕੁਰਸੀ ਤੇ ਬੈਠੇ ਆ, ਕਦੋਂ ਤੁਸੀਂ ਉੱਠ ਖਲੋਤੇ ਹੋ, ਇਹ ਸਾਰਾ ਕੁਝ ਪਤਾ ਲੱਗ ਜਾਂਦਾ ਸੀਗਾ ਮਾਲਕਾਂ ਨੂੰ। ਕਹਿੰਦੇ ਵੀ ਇੱਕ ਦਿਨ ਇੱਕ ਕਰਮਚਾਰ ਨਾ ਜਿਹੜੀ ਉਹ ਉਹਦਾ ਕੰਮ ਕਰੀ ਜਾਵੇ, ਉਹਨੂੰ ਉਹਦੇ ਫੋਨ ਦੀ ਘੰਟੀ ਵੱਜੀ, ਉਹਦੇ ਬੌਸ ਨੇ ਕਿਹਾ, ਮਾਲਕ ਨੇ ਕਹਿੰਦਾ ਵੀ ਤੂੰ 10 ਤੋਂ ਲੈ ਕੇ 10:30 ਵਜੇ ਤੱਕ ਇੱਥੇ ਹੈ ਨਹੀਂ ਸੀ, ਕੁਰਸੀ ਤੇ ਗਈ ਕਿੱਥੇ ਸੀ। ਉਹ ਹੈਰਾਨ ਵੀ ਤਾਂ ਮੈਨੂੰ ਹੀ ਪਤਾ ਵੀ ਮੈਂ ਫਰਲੋ ਤਾਂ ਸੀਗੀ ਮੜੀ ਜੀ, ਮੈਂ ਉਧਰ ਗਈ ਸੀ, ਇਹ ਕਿਸੇ ਨੂੰ ਹੋਰ ਕਿਵੇਂ ਪਤਾ ਲੱਗ ਗਿਆ। ਉਹ ਕਹਿੰਦੀ ਮੇਰੇ ਮਨ ਦੇ ਵਿੱਚ ਨਾ ਖਿਆਲ ਆਇਆ ਵੀ ਕੁਛ ਨਾ ਕੁਛ ਗੜਬੜੀ ਆ। ਕਹਿੰਦੀ ਮੈਂ ਗੱਦੀ ਫਰੋਲੀ ਆਇਆ ਜੇ ਕਰਕੇ ਦੇਖੀ, ਵਿੱਚ ਚੁੱਭਦਾ ਜੇ ਸੀ ਕੁਛ ਉਹਦੇ। ਕਹਿੰਦੀ ਇਹਦੇ ਵਿੱਚ ਕੋਈ ਸੀਗੇ ਨਟ ਬੋਲਟ ਜੇ ਪਾਏ ਜਾਂ ਉਹਦੇ ਚ ਕੋਈ ਹੋਊਗਾ ਕਾਰਡ ਕੂਡ ਪਾਇਆ। ਕਹਿੰਦੀ ਫਿਰ ਮੈਨੂੰ ਪਤਾ ਲੱਗਾ ਵੀ ਚਤਰੇ ਵਾਲੇ ਆ। ਹੁਣ ਕਹਿੰਦੇ ਵੀ ਅਸੀਂ ਕੇਸ ਕਰ ਰਹੇ ਆ, ਤੁਹਾਡੀ ਨਿੱਜਤਾ ਦੇ ਉੱਤੇ ਹਮਲਾ ਹੋਇਆ। ਟੈਣਾ ਸਾਹਿਬ ਵਧਾਈਆਂ ਤੁਹਾਨੂੰ। ਕਾਹਦੀ? ਤੁਹਾਨੂੰ ਚੀਨੀ ਭਾਸ਼ਾ ਆਉਣ ਲੱਗ ਗਈ। ਤੁਸੀਂ ਇਦਾਂ ਹੀ ਦੱਸਿਆ ਵੀ ਜਿਵੇਂ ਬੀਬੀ ਨੇ ਤੁਹਾਨੂੰ ਫੋਨ ਤੇ ਦੱਸਿਆ ਹੁੰਦਾ ਵੀ ਮੈਂ ਫਰੋਲੀ ਗੱਦੀ ਵਿੱਚ। ਦੇਖੋ ਗੱਲ ਸਮਝਿਆ ਕਰੋ, ਆਪਾਂ ਤਾਂ ਆਪਦੇ ਭੈਣ ਭਰਾਵਾਂ ਨੂੰ ਆਪਣੇ ਤਰੀਕੇ ਨਾਲ ਸਮਝਾਉਣਾ ਨਾ। ਉਹ ਕੁਸ਼ਨ ਕਰਦਾ ਮੈਂ ਜਲੂਸ ਕਢਾ ਲਾਂ ਆਪਦਾ। मतलब भाई ये है भी मालक भी कई ਥਾਵਾਂ ਤੇ ਬੜੇ ਚਤਰੇ ਹੁੰਦੇ ਆ ਜੀ। और वैसे ना ਇਹੋ ਜਿਹੀਆਂ ਗੱਦੀਆਂ ਦੀ ਲੋੜ ਅਸਲ ਚ ਭਾਰਤ ਚ ਹੈ। हाँ जिन्ने सरकारी मुलाजिम ने वैसे सारे तो चलो गद्दी उठ चपेड़ा लाओ फिर चले। हाँ है ना भी सारे तो चलो इक्को जे नहीं, बहुत सारे ईमानदार भी हैगे ने, पर कुछ ਆਪਾਂ ਨੂੰ ਪਤਾ ਨਾ ਵੀ ਫਰਲੋ ਤੇ ਹੀ ਰਹਿੰਦੇ ਨੇ ਉਹ, ਜਾਂ ਉਹ ਚਾਹ ਪੀਣ ਆਉਂਦੇ ਨੇ ਦਫ਼ਤਰ 'ਚ ਜਾਂ ਫਰਲੋ ਮਾਰਨ ਆਉਂਦੇ ਨੇ। ਸੋ ਉਹਨਾਂ ਦੇ ਲਈ ਇਹੋ ਜਿਹੀਆਂ ਗੱਦੀਆਂ ਜ਼ਰੂਰ ਹੋਣੀਆਂ ਚਾਹੀਦੀਆਂ। ਸਾਡੇ ਇੱਕ ਜਾਣਕਾਰ ਦੀ ਨਾ ਦਫ਼ਤਰ ਦੇ ਵਿੱਚ ਡਿਊਟੀ ਹੁੰਦੀ ਸੀਗੀ 11 ਵਜੇ। ਅੱਛਾ ਜੀ। ਤੇ ਮੈਂ ਉਹਨੂੰ ਇੱਕ ਦਿਨ ਕਿਹਾ ਵੀ ਤੇਰੀ ਡਿਊਟੀ ਹੁੰਦੀ 11 ਵਜੇ, ਪਹੁੰਚ ਜਾ ਤੂੰ 8:30। ਕਹਿੰਦਾ ਘਰੇ ਕੰਮ ਕਰਨਾ ਪੈਂਦਾ। ਕਦਾ ਨਾ ਘਰ ਵਾਲੀ ਫੋਨ ਸੁਣ ਦਿੰਦੀ ਆ, ਇਸ ਕਰਕੇ ਮੈਂ ਪਹਿਲਾਂ ਹੀ ਆ ਜਾਣਾ। ਵਾਹ ਇਹੋ ਜਿਹੇ ਵੀ ਇਮਾਨਦਾਰ ਲੋਕ ਹੈਗੇ ਨੇ।
ਹਰਮਨ ਜੀ ਲੋ ਗੱਲ ਇਹ ਆ ਵੀ ਹੁਣ ਜਾਂਦੇ ਜਾਂਦੇ ਅੱਜ ਦੀ ਮੀਟਿੰਗ ਦੀ ਵੀ ਕਰ ਲਈਏ। ਉਵੇਂ ਹੀ ਹੋਇਆ ਜਿਵੇਂ ਆਸ ਸੀ। ਬਿਲਕੁਲ ਉਸੇ ਤਰੀਕੇ ਦੇ ਨਾਲ ਉਹਨਾਂ ਨੇ ਸਵਾਲ ਕੀਤੇ ਆ ਕੇਂਦਰ ਦੇ ਮੰਤਰੀਆਂ ਨੇ, ਬਿਲਕੁਲ ਉਸੇ ਤਰੀਕੇ ਦੇ ਨਾਲ ਸਾਡੇ ਕਿਸਾਨ ਆਗੂਆਂ ਨੇ ਉੱਤਰ ਦਿੱਤੇ ਆ। ਉਹ ਕਹਿੰਦੇ ਕੇਂਦਰ ਦੇ ਮੰਤਰੀ ਵੀ ਦੇਖੋ ਹੁਣ ਤਾਂ ਸਾਰਾ ਕੁਝ ਸੁਪਰੀਮ ਕੋਰਟ ਦੇ ਹੱਥ ਆ। ਉਹਨਾਂ ਨੇ ਆਰਜ਼ੀ ਤੌਰ ਦੇ ਉੱਤੇ ਕਾਨੂੰਨਾਂ ਨੂੰ ਰੋਕ ਲਾਤੀ ਆ। ਉਹਨਾਂ ਨੇ 4 ਮੈਂਬਰੀ ਕਮੇਟੀ ਬਣਾਤੀ ਆ। ਐਂ ਕਹਿੰਦੇ ਹੀ ਨਹੀਂ ਕਿ ਵੀ ਭਾਈ ਇੱਕ ਜਣਾ ਫੁਰ ਹੋ ਗਿਆ। ਉਹ ਕਹਿੰਦੇ 4 ਮੈਂਬਰੀ ਕਮੇਟੀ ਦੇ ਮੂਹਰੇ ਤੁਸੀਂ ਪੇਸ਼ ਹੋਵੋ ਤੇ ਗੱਲਬਾਤ ਤੁਸੀਂ ਅੱਗੇ ਵਧਾਓ ਤੇ ਇਹਦੇ ਵਿੱਚ ਹੁਣ ਸਾਡਾ ਕੀ ਦਖਲ ਆ। ਕਿਸਾਨ ਕਹਿੰਦੇ ਬਸ ਖੇਤੀ ਕਾਨੂੰਨ ਰੱਦ ਕਰਵਾਉਣੇ ਹਨ। ਬਿਲਕੁਲ ਸਹੀ, ਖੇਤੀ ਕਾਨੂੰਨ ਰੱਦ ਕਰੋ, ਅਸੀਂ ਘਰਾਂ ਨੂੰ ਜਾਗੇ। ਉਹ ਕਹਿੰਦੇ ਨਹੀਂ ਜੀ ਹੁਣ ਸਾਡੇ ਥੋੜੀ ਵਸ ਦੀ ਗੱਲ ਆ, ਤੁਸੀਂ ਕੋਈ ਬਦਲ ਦੇਖੋ, ਇਹਦਾ ਬਦਲ ਲੱਭ ਲਓ। ਮੈਨੂੰ ਇਹ ਨਹੀਂ ਸਮਝ ਆਉਂਦੀ, ਇੰਨੇ ਸਾਰੇ ਥਿੰਕ ਟੈਂਕ ਨਾਲ ਆਉਂਦੇ ਨੇ, ਕਹਿੰਦੇ ਵੀ ਉਹ ਸੋਚਦੇ ਨੇ, ਉਹ ਬਹੁਤ ਵਧੀਆ ਸਿਫਾਰਿਸ਼ਾਂ ਵਧੀਆ ਗੱਲਾਂ ਸਰਕਾਰ ਨੂੰ ਉਹ ਦੱਸਦੇ ਨੇ, ਤੇ ਜੇ ਤੁਸੀਂ ਸਾਰਾ ਕੁਝ ਕਿਸਾਨਾਂ ਨੂੰ ਹੀ ਪੁੱਛਣਾ ਵੀ ਬਦਲ ਦੱਸ ਦਿਓ ਬਦਲ, ਤਾਂ ਫਿਰ ਉਹ ਕਦ ਲਈ ਨਾਲ ਆਉਂਦੇ ਨੇ? ਉਹਨਾਂ ਨੂੰ ਪੁੱਛੋ ਨਾ ਵੀ ਤੁਸੀਂ ਕੋਈ ਬਦਲ ਦੱਸ ਦਿਓ। ਨਾਲੇ ਗੱਲ ਬਦਲਦੀ ਤਾਂ ਹੋ ਹੀ ਨਹੀਂ ਰਹੀ। ਉਹ ਕਹਿੰਦੇ ਆ ਵੀ ਰੱਦ ਕਰੋ ਤੇ ਤੁਸੀਂ ਰੱਦ ਕਰੋ ਤੇ ਗੱਲ ਖਤਮ ਹੋਵੇ। ਜਿਨ੍ਹਾਂ ਦੇ ਫਾਇਦੇ ਲਈ ਤੁਸੀਂ ਕਹਿੰਦੇ ਹੋ ਬਣਾਇਆ, ਅਗਲੇ ਕਹਿੰਦੇ ਨਹੀਂ ਮਨਜ਼ੂਰ ਸਾਨੂੰ ਤੁਹਾਡੇ ਫਾਇਦੇ। ਗੱਲ ਤਾਂ ਇੰਨੀ ਕਾ ਨਾ, ਹਰ ਵਾਰ ਨਵੀਂ ਮੀਟਿੰਗ, ਹਰ ਵਾਰ ਨਵੀਂ ਮੀਟਿੰਗ। ਇਹਦੇ ਨਾਲ ਨਾ ਹੁਣ ਕੋਈ ਕਹਿ ਲਓ ਵੀ ਹੁਣ ਲੋਕੀ ਪਹਿਲਾਂ ਹੀ ਕਹਿਣ ਲੱਗ ਜਾਂਦੇ ਜਦੋਂ ਮੀਟਿੰਗ ਦੀ ਤਰੀਕ ਆਉਂਦੀ ਇੱਥੇ ਕਿਹੜਾ ਕੁਝ ਹੋਣਾ, ਹਰੇਕ ਨੂੰ ਪਹਿਲਾਂ ਹੀ ਪਤਾ ਲੱਗ ਜਾਂਦਾ। ਨਹੀਂ ਕਿਸਾਨ ਆਗੂ ਵੀ ਇਹ ਗੱਲ ਕਹਿ ਕੇ ਗਏ ਆ। ਉਹ ਕਹਿੰਦੇ ਵੀ ਸਾਨੂੰ ਪਤਾ ਵੀ ਇਸ ਮੀਟਿੰਗ ਦੇ ਵਿੱਚੋਂ ਨਿਕਲਣਾ ਕੁਝ ਨਹੀਂ ਸੀਗਾ, ਪਰ ਸਾਨੂੰ ਜਾਣਾ ਪੈਂਦਾ ਤੇ ਜਾਣਾ ਵੀ ਚਾਹੀਦਾ, ਕਿਉਂਕਿ ਇਹਨਾਂ ਨੂੰ ਇਹ ਗੱਲ ਕਹਿਣ ਦਾ ਮੌਕਾ ਨਾ ਮਿਲੇ ਜੀ ਕਿ ਸੰਵਾਦ ਦੇ ਨਾਲ ਹੀ ਮਸਲੇ ਹੱਲ ਹੁੰਦੇ ਹਨ, ਡਾਇਲੋਗ ਦੇ ਨਾਲ ਹੀ ਹਰ ਮਸਲੇ ਦਾ ਹੱਲ ਹੁੰਦਾ, ਤੇ ਇਹ ਆਉਂਦੇ ਹੀ ਨਹੀਂ। ਇਹ ਤਾਂ ਆਕੜੇ ਹਨ, ਇਹ ਤਾਂ ਜ਼ਿੱਦੀ ਹਨ, ਇਹ ਤਾਂ ਫਲਾਣੇ ਹਨ। ਇਸ ਕਰਕੇ ਅਸੀਂ ਜਾਣੇ ਜ਼ਰੂਰ ਆ, ਸਾਡੀ ਮੰਗ ਉਹੀ ਹੈ ਜਿਹੜੀ ਪਹਿਲੀ ਮੀਟਿੰਗ 'ਚ ਸੀ। ਜੀ ਬਿਲਕੁਲ, ਇਹਨਾਂ ਦੀ ਗੱਲ ਉਹੀ ਹੈ ਜਿਹੜੀ ਪਹਿਲੀ ਮੀਟਿੰਗ 'ਚ ਸੀ। ਅਸੀਂ ਪਹਿਲੀ ਮੀਟਿੰਗ 'ਚ ਵੀ ਕਿਹਾ ਸੀ ਵੀ ਖੇਤੀ ਕਾਨੂੰਨ ਰੱਦ ਕਰੋ ਤੇ MSP ਦੀ ਗਰੰਟੀ ਬਣਾਓ, ਲਿਖਤੀ ਤੌਰ ਦੇ ਉੱਤੇ ਕਾਨੂੰਨ ਬਣਾ ਦਿਓ। ਇਹ ਦੋਵੇਂ ਗੱਲਾਂ ਮੰਨਦੇ ਨਹੀਂ ਤੇ ਅਸੀਂ ਆਪਦੀ ਥਾਂ ਦੇ ਉੱਤੇ ਖੜੇ ਹਾਂ। ਬਿਲਕੁਲ ਸਹੀ। ਸੋ ਬਾਕੀ ਵੇਖਦੇ ਆ ਜੀ ਕੀ ਹੁੰਦਾ ਤੇ ਕੀ ਨਹੀਂ, ਤੇ ਫਿਲਹਾਲ ਆਪਾਂ ਨੂੰ ਵੀ ਜਾਣਾ ਪਏਗਾ। ਬਿਲਕੁਲ ਜੀ, ਇਸ ਠੰਡ ਦੇ ਵਿੱਚ ਇੱਕ ਬੇਨਤੀ ਕਰਨੀ ਬਣਦੀ ਆ ਸਾਰੇ ਹੀ ਕਿਸਾਨ ਵੀਰਾਂ ਨੂੰ ਜਿਹੜੇ ਕਿ ਉੱਥੇ ਬੈਠੇ ਆ ਕਿ ਤੁਸੀਂ ਇੱਥੇ ਪਾਲੇ ਤੋਂ ਵੀ ਬਚਾਅ ਰੱਖੋ, ਤੇ ਜਿਹੜੇ ਵੀ ਗਲਤ ਅਨਸਰ ਇਸ ਅੰਦੋਲਨ ਦੇ ਵਿੱਚ ਵੜ ਰਹੇ ਆ, ਜਿਹੜੇ ਕਿ ਬਦਨਾਮ ਕਰ ਸਕਦੇ ਆ, ਜਿਵੇਂ ਕਿ ਖਦਸ਼ਾ ਪ੍ਰਗਟਾਇਆ ਜਾ ਰਿਹਾ ਵੀ ਆਉਂਦੇ ਸਮੇਂ ਦੇ ਵਿੱਚ ਇਸ ਅੰਦੋਲਨ ਦਾ ਕਿਤੇ ਮੁਹਾਂਦਰਾ ਨਾ ਵਿਗੜ ਜੇ, ਇਹਦੇ ਲਈ ਪੂਰੇ ਚੁਕੰਨੇ ਰਹੋ। ਜੀ ਬਿਲਕੁਲ, ਹਰ ਕਿਸੇ ਨੂੰ ਬੋਲਣ ਦਾ ਨਹੀਂ ਤਰੀਕਾ ਹੁੰਦਾ। ਮੰਨ ਲਓ ਅਸੀਂ 20 ਜਣੇ ਖੜੇ ਆ ਤੇ 20 ਜਣਿਆਂ ਦੇ ਮੂਹਰੇ ਲਿਆ ਕੇ ਕੋਈ ਮਾਈਕ ਕਰ ਦਿੰਦਾ, ਇਹਨਾਂ 20 ਜਣਿਆਂ ਦੇ ਵਿੱਚੋਂ 1 ਜਾਂ 2 ਜਾਂ 3 ਹੀ ਆ ਜਿਹੜੇ ਬਹੁਤ ਸੋਹਣਾ ਬੋਲਦੇ ਹੋਣਗੇ, ਤੇ ਚਾਹ ਸਭ ਨੂੰ ਹੀ ਹੁੰਦਾ ਕਿ ਮੈਂ ਵੀ ਬੋਲਾਂ, ਮੈਂ ਵੀ ਟੀਵੀ ਦੇ ਉੱਤੇ ਆਵਾਂ। ਤੁਸੀਂ ਜਿਹੜਾ ਬੰਦਾ ਘੱਟ ਬੋਲਣਾ ਜਾਣਦਾ ਜਾਂ ਜਿਹਨੂੰ ਪੂਰੀ ਸਮਝ ਨਹੀਂ, ਉਹਨੂੰ ਨਾ ਬੋਲਣ ਦਿਓ, ਕਿਉਂਕਿ ਕਈ ਲੋਕ ਇਹਨਾਂ ਗੱਲਾਂ ਨੂੰ ਹੀ ਪ੍ਰਚਾਰ ਦਿੰਦੇ ਆ, ਕਿਸਾਨੋਂ ਕੋ ਤਾਂ ਐਸੇ ਪਤਾ ਹੀ ਨਹੀਂ, ਇਹ ਤਾਂ ਐਸੇ ਬੋਲਤੇ ਹੈ, ਇਹ ਤਾਂ ਵੈਸੇ ਬੋਲਤੇ ਹੈ। ਇਹਨਾਂ ਦੇ ਵੱਲੋਂ ਜੋ ਇਸ ਵਕਤ ਸਾਡੇ ਖਿਲਾਫ ਤਰੀਕੇ ਅਪਣਾਏ ਜਾ ਰਹੇ ਆ, ਮੀਡੀਆ ਦੇ ਵੱਲੋਂ, ਗੋਦੀ ਮੀਡੀਆ ਦੇ ਵੱਲੋਂ, ਸਰਕਾਰਾਂ ਦੇ ਵੱਲੋਂ, ਏਜੰਸੀਆਂ ਦੇ ਵੱਲੋਂ, ਹੋਰ ਗਲਤ ਅਨਸਰਾਂ ਦੇ ਵੱਲੋਂ, ਆਪਾਂ ਉਹ ਕਾਮਯਾਬ ਨਹੀਂ ਹੋਣ ਦੇਣੇ। ਇਸ ਕਰਕੇ ਆਲੇ ਦੁਆਲੇ ਵੀ ਖਿਆਲ ਰੱਖੋ, ਆਪਣੀ ਸਿਹਤ ਦਾ ਵੀ ਖਿਆਲ ਰੱਖੋ, ਬਿਲਕੁਲ ਨਕਦੀ ਸਿਹਤ ਨੂੰ ਅੱਗੇ ਵਧਣਾ ਤੇ ਆਪਾਂ ਜਿੱਤਾਂਗੇ। ਬਿਲਕੁਲ ਸਹੀ। ਤੇ ਬਾਕੀ ਇਹਨਾਂ ਗੱਲਾਂ ਦੇ ਨਾਲ ਹੀ ਹੁਣ ਪ੍ਰੋਗਰਾਮ ਨੂੰ ਸਮੇਟਦੇ ਆ, ਜਾਣਦਾ ਹੋ ਗਿਆ ਵੇਲਾ, ਪਰ ਆਪਣੀ ਪ੍ਰਤੀਕਿਰਿਆ ਜ਼ਰੂਰ ਸਾਡੇ ਤਾਈਂ ਪਹੁੰਚਾਇਓ ਜੀ। ਦੋਵਾਂ ਦੇ ਇਜਾਜ਼ਤ, ਸਤਿ ਸ਼੍ਰੀ ਅਕਾਲ। ਤੁਸੀਂ ਵੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ ਤੁਹਾਡੇ ਲਈ। ਜੱਜ ਦਾ ਵਿਚਾਰ।